ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਆਨਲਾਈਨ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਭਗਤ ਬਾਣੀ ਦੇ ਉਹਨਾਂ ਸ਼ਬਦਾਂ ਦੀ ਵਿਚਾਰ ਕਰਨੀ ਹੈ ਜਿਹੜੇ ਸ਼ਬਦ ਅਰਥ ਭਾਵ ਬਹੁਤ ਡੂੰਘੇ ਰੱਖਦੇ ਹਨ। ਹਰ ਹਫ਼ਤੇ ਇੱਕ ਸ਼ਬਦ ਦੀ ਵਿਚਾਰ ਅਸੀਂ ਕਰਦੇ ਹਾਂ। ਅੱਜ ਦਾ ਜੋ ਸ਼ਬਦ ਹੈ ਉਹ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਅਸ਼ਟਪਦੀ ਹੈ, 8 ਬੰਦ ਹਨ। ਗੌੜੀ ਬੈਰਾਗਨ ਦੇ ਸਰਲੇਖ ਹੇਠ ਭਗਤ ਜੀ ਦਾ ਸ਼ਬਦ ਹੈ, ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਜੁਗ ਤਿੰਨੋਂ ਦਿੜੈ ਕਲ ਕੇਵਲ ਨਾਮ ਆਧਾਰ, ਭਾਰ ਕੈਸੇ ਪਾਏ ਬੋਰੇ ਮੋਸੋ ਕਹੂ ਨਾ ਕਹੇ ਸਮਝਾਏ, ਜਾਂ ਤੇ ਆਵਾਗਮਨ ਬੁਲਾਏ। ਇਹ ਆਵਾਗਮਨ ਕਿਵੇਂ ਦੂਰ ਹੁੰਦਾ ਹੈ, ਕਿਹੜਾ ਮੱਤ ਹੈ, ਕਿਹੜੀ ਸਿਧਾਂਤ ਹੈ, ਇਹ ਵਿਚਾਰਾਂ ਸਾਡੇ ਨਾਲ ਅੱਜ ਵੀਰ MP ਸਿੰਘ ਜੀ, ਜੋ ਭਗਤ ਕਬੀਰ ਜੀ ਨੇ ਸਾਨੂੰ ਵਿਚਾਰ ਦ੍ਰਿੜ ਕਰਵਾਏ, ਭਗਤ ਰਵਿਦਾਸ ਜੀ ਦੇ ਵਿਚਾਰ ਦ੍ਰਿੜ ਕਰਵਾਏ ਹਨ। ਵੀਰ MP ਸਿੰਘ ਜੀ ਸਾਨੂੰ ਵਿਚਾਰ ਰਾਹੀਂ ਉਹ ਵਿਚਾਰ ਦ੍ਰਿੜ ਕਰਾ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀਰ MP ਸਿੰਘ ਜੀ ਨੂੰ ਆਪਣੇ ਅੱਜ ਦੀ ਵਿਚਾਰ ਸ਼ੁਰੂ ਕਰਨ। ਵੀਰ MP ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਆਓ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰਕੇ ਵਿਚਾਰ ਦੀ ਆਰੰਭਤਾ ਕਰੀਏ ਜੀ। करता पुरख अकाल मूरत अजूनी गुर प्रसाद गुर प्रसाद। ਜਿਵੇਂ ਆਪ ਜੀ ਨੇ ਹੁਣੇ ਵੀਰ ਜੀ ਪਾਸੋਂ ਸਰਵਨ ਕੀਤਾ ਹੀ ਹੈ, ਭਗਤ ਰਵਿਦਾਸ ਜੀ ਦੇ ਸ਼ਬਦ ਜੋ ਰਹਾਉ ਦੀ ਪਹਿਲੀ ਪੰਕਤੀ ਹੈ, ਪਾਰ ਕੈਸੇ ਪਾਏ ਬੋਰੇ, ਉਸੇ ਤੋਂ ਹੀ ਇਸ ਪ੍ਰੈਜੈਂਟੇਸ਼ਨ ਦਾ ਸਿਰਲੇਖ ਲਿੱਤਾ ਗਿਆ ਹੈ। ਸੋ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਵਾਰੀ ਪਹਿਲੇ ਸ਼ਬਦ ਦਾ ਪਾਠ ਸਰਵਨ ਕਰ ਲਈਏ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੌੜੀ ਬੈਰਾਗਨ ਸਤਿਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, तीनों जुग तीनों दिड़े कल केवल नाम आधार,
मोसो को न कह समझाए, मोसो को न कह समझाए, जाते आवागमन बिलाय। बहुविध कर्म निरूपिए, करता दिसै सब लोय, कवन कर्म ते छूटिए, जे साधे सब सिद्ध होय। कर्म अकर्म विचारिए, शंका सुन वेद पुराण, संसासद हृदय बसै, कौन हिरै अभिमान। बाहर उदक पखारिए, कट पीतर बिबद विकार, शुद्ध कमन पर होए बो, सूच कुंचर विद व्यवहार। रव प्रगास रजनी जथागत, जानत सब संसार, पारस मानो तांबो छुए, कनक होत नहीं बार। परम परस गुर पेटिए, पूरब लिखत लीलार, उन मन 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 ही मिले, छुटकत बजर कपाट। भगत जुगत मत सत करी, प्रम बंधन काट बिकार। सोई बस रस मन मिले, गुण निर्गुण एक विचार। अनिक जतन निग्रह किए, टारी न टरै प्रम फास। प्रेम भगत नहीं उपजै, ताते रविदास उदास। प्रेम भगत नहीं उपजै, ताते रविदास उदास। शब्द का जो पाठ आपने सरवण किया है राग गौड़ी बैरागन विच
ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 346 ਦੇ ਉੱਪਰ ਸੁਸ਼ੋਭਿਤ ਹੈ। ਗੌੜੀ ਰਾਗ ਦਾ ਇਹ ਅੰਤਿਮ ਸ਼ਬਦ ਹੈ। ਸੋ ਜਿਵੇਂ ਕਿ ਮਰਿਆਦਾ ਹੈ ਸ਼ਬਦ ਵਿਚਾਰ ਦੀ, ਅਸੀਂ ਆਰੰਭ ਕਰਦੇ ਹਾਂ ਰਾਹੋਂ ਦੇ ਪਦੇ ਤੋਂ। ਇਸ ਸ਼ਬਦ ਦਾ ਰਾਹੋਂ ਦਾ ਬੰਦ ਹੈ, ਪਾਰ ਕੈਸੇ ਪਾਇਬੋ ਰੇ, ਮੋਸੋ ਕੋ ਨਾ ਕਹਿ ਸਮਝਾਏ, ਜਾਤੇ ਆਵਾਗਮਨ ਬਿਲਾਏ। ਪਾਰ ਪਾਉਣ ਦੀ ਗੱਲ ਹੋ ਰਹੀ ਹੈ। ਕਿਸ ਨੂੰ ਪਾਰ ਕਰਨਾ ਹੈ? ਇਸ ਸੰਸਾਰ ਸਾਗਰ ਨੂੰ, ਸਮੁੰਦਰ ਨੂੰ। ਧਾਰਮਿਕ ਲਿਟਰੇਚਰ ਦੇ ਅੰਦਰ ਬਹੁਤ ਜਗ੍ਹਾ ਤੇ, ਗੁਰਬਾਣੀ ਦੇ ਅੰਦਰ ਵੀ ਤੇ ਹੋਰ ਅਲੱਗ-ਅਲੱਗ ਧਰਮ ਗ੍ਰੰਥਾਂ ਦੇ ਅੰਦਰ ਵੀ ਇਸ ਸੰਸਾਰ ਨੂੰ ਇੱਕ ਸਮੁੰਦਰ ਦੇ ਨਾਲ ਤੁਲਨਾ ਦਿੱਤੀ ਗਈ ਹੈ ਤੇ ਇਸ ਦੇ ਅੰਦਰ ਮਾਇਆ ਦੇ ਵਿਕਾਰਾਂ ਦੀਆਂ ਲਹਿਰਾਂ ਦਾ ਜ਼ੋਰ ਮੰਨਿਆ ਗਿਆ ਹੈ। ਮਨੁੱਖਾ ਜੀਵਨ ਦਾ ਮਕਸਦ ਮੰਨਿਆ ਗਿਆ ਹੈ ਕਿ ਇਸ ਸੰਸਾਰ ਸਮੁੰਦਰ ਤੋਂ, ਇਹਨਾਂ ਵਿਕਾਰਾਂ ਤੋਂ ਬਚ ਕੇ ਪਾਰ ਹੋ ਜਾਣਾ। ਪਰ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਇਹ ਮਨੁੱਖਾ ਜੀਵਨ ਦਾ ਮਨੋਰਥ ਹੈ ਤਾਂ ਸਹੀ, ਪਰ ਇਹ ਪਾਰਲਾ ਬੰਨਾ ਮਿਲੇ ਕਿਵੇਂ, ਕਿਵੇਂ ਲੱਭਿਆ ਜਾਏ? ਇਹ ਗੱਲਾਂ ਤਾਂ ਸਾਰੇ ਹੀ ਕਰਦੇ ਹਨ। ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਇਸ ਭਵਜਲ ਤੋਂ ਪਾਰ ਹੋਣਾ ਹੈ। ਕਿਵੇਂ ਹੋਣਾ ਹੈ? ਇਹ ਗੱਲ ਮੈਨੂੰ ਕਿਸੇ ਨੇ ਨਹੀਂ ਸਮਝਾਈ। ਮੂਸੋ ਕੋ ਨਾ ਕਹੇ ਸਮਝਾਏ, ਮੂਸੋ ਮੈਨੂੰ ਕੋਈ ਵੀ ਇਸ ਤਰੀਕੇ ਨਾਲ ਮੈਨੂੰ ਕਿਸੇ ਨੇ ਨਹੀਂ ਸਮਝਾਇਆ ਕਿ ਵੀ ਇਸ ਭਵਜਲ ਸਾਗਰ ਤੋਂ ਪਾਰ ਹੋਣਾ ਕਿਵੇਂ ਹੈ, ਔਰ ਉਸ ਪਾਰ ਹੋਣ ਦਾ ਰਿਜ਼ਲਟ ਕੀ ਹੋਏਗਾ। ਉਹ ਰਿਜ਼ਲਟ ਹੈ ਕਿ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਖਤਮ ਹੋ ਜਾਏਗਾ। ਜੋ ਇਹ ਧਾਰਮਿਕ ਜਿੰਨੇ ਵੀ ਪੁਰਸ਼ ਹਨ ਉਹ ਮੰਨਦੇ ਹਨ ਇਸ ਗੱਲ ਨੂੰ ਕਿ ਜਦ ਤੱਕ ਮਨੁੱਖ ਪਰਮਾਤਮਾ ਦੇ ਨਾਲ ਅਭੇਦ ਨਹੀਂ ਹੁੰਦਾ, ਪ੍ਰਭੂ ਦੇ ਨਾਲ ਇੱਕ ਨਹੀਂ ਹੁੰਦਾ, ਉਹ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਰਹਿੰਦਾ ਹੈ। ਪਰ ਇਹ ਆਵਾਗਮਨ ਦਾ ਕਨਸੈਪਟ ਬਹੁਤ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਗੁਰਬਾਣੀ ਦੇ ਵਿੱਚ ਵੀ ਇਸ ਸਿਧਾਂਤ ਨੂੰ ਅਨੇਕ ਵਾਰੀ ਦ੍ਰਿੜ ਕਰਵਾਇਆ ਗਿਆ ਹੈ ਕਿ ਜੇ ਇਸ ਮਨੁੱਖ ਜਨਮ ਨੂੰ ਪ੍ਰਾਪਤ ਕਰਕੇ ਪ੍ਰਭੂ ਦੇ ਨਾਲ ਅਭੇਦਤਾ ਨਹੀਂ ਪ੍ਰਾਪਤ ਹੁੰਦੀ ਤਾਂ ਫਿਰ ਇਨਸਾਨ ਨੂੰ ਮੁੜ ਮੁੜ ਕੇ ਦੁਨੀਆ ਵਿੱਚ ਜੰਮਣਾ ਮਰਨਾ ਪੈਂਦਾ ਹੈ। ਉਹ ਭਗਤ ਰਵਿਦਾਸ ਜੀ ਨੇ ਇਸ ਰਾਹੋਂ ਦੇ ਬੰਦ ਦੇ ਅੰਦਰ ਇਹੀ ਸਮੱਸਿਆ ਚੁੱਕੀ ਹੈ, ਸਵਾਲ ਕੀਤਾ ਹੈ ਕਿ हे ਪੰਡਤ ਜੀ, ਤੁਸੀਂ ਦੁਨੀਆ ਨੂੰ ਕਈ ਤਰ੍ਹਾਂ ਦੇ ਧਾਰਮਿਕ ਕਰਮਕਾਂਡ ਕਰਨ ਦੀ ਸਿੱਖਿਆ ਦਿੰਦੇ ਹੋ। ਤੁਹਾਡੇ ਤੋਂ ਪੁੱਛ ਕੇ ਲੋਕ ਇਹਨਾਂ ਕਰਮਕਾਂਡਾਂ ਦੇ ਵਿੱਚ ਆਪਣਾ ਸਾਰਾ ਜਨਮ ਬਿਤਾ ਦਿੰਦੇ ਹਨ, ਪਰ ਕੀ ਇਹਨਾਂ ਕਰਮਾਂ ਦੇ ਨਾਲ ਇਸ ਭਵਜਲ ਤੋਂ ਪਾਰ ਹੋਇਆ ਜਾ ਸਕਦਾ ਹੈ? ਕੀ ਐਸਾ ਕੋਈ ਕਰਮ ਹੈ ਜਿਸ ਦੀ ਸਹਾਇਤਾ ਨਾਲ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਵੇ? ਇਹ ਸਵਾਲ ਕਰਨ ਦੇ ਅੰਦਰ ਹੀ ਇਹ ਗੱਲ ਨਿਸ਼ਚਿਤ ਤੌਰ ਤੇ ਛੁਪੀ ਹੋਈ ਹੈ ਕਿ ਭਗਤ ਜੀ ਕੁਐਸਚਨ ਕਰ ਰਹੇ ਹਨ ਕਿ ਜਿਹੜੇ ਕਰਮਕਾਂਡ ਪੰਡਤ ਆਪਣੇ ਫਾਲੋਅਰਸ ਨੂੰ ਸਮਝਾਉਂਦੇ ਹਨ ਉਹਨਾਂ ਦੇ ਨਾਲ ਪਾਰ ਨਹੀਂ ਪਾਇਆ ਜਾ ਸਕਦਾ, ਉਹਨਾਂ ਦੇ ਨਾਲ ਆਵਾਗਮਨ ਮਿਟ ਨਹੀਂ ਸਕਦਾ। ਗੁਰਬਾਣੀ ਦੇ ਅੰਦਰ ਵੀ ਇਸ ਗੱਲ ਦਾ ਅਨੇਕਾਂ ਵਾਰ ਜ਼ਿਕਰ ਹੋਇਆ ਹੈ ਕਿ ਮਨੁੱਖਾ ਜੀਵਨ ਨੂੰ ਪਾਰ ਪਾਉਣ ਵਾਸਤੇ ਕੀ ਢੰਗ ਵਰਤਣਾ ਚਾਹੀਦਾ ਹੈ। ਪਰ ਪੰਡਤਾਂ ਦੇ ਮਗਰ ਲੱਗ ਕੇ ਇਸ ਭਵਜਲ ਨੂੰ ਪਾਰ ਕਰਨ ਲਈ ਲੋਕ ਕਿਹੋ ਜਿਹੇ ਢੰਗ ਤਰੀਕੇ ਵਰਤਦੇ ਹਨ। ਉਹ ਆਮ ਤੌਰ ਦੇ ਉੱਤੇ ਯੱਗ ਕਰਨੇ, ਤੀਰਥ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਚੰਗੇ ਮਾੜੇ ਕਰਮਾਂ ਦੇ ਫਰਕ ਸਮਝ ਕੇ ਪਾਪ ਪੁੰਨ ਦੀ ਵਿਚਾਰ ਕਰਨੀ, ਐਸੇ ਹੀ ਗੱਲਾਂ ਦੇ ਵਿੱਚ ਉਲਝੇ ਰਹਿੰਦੇ ਹਨ ਤੇ ਇਹ ਨਿਰਣਾ ਕਰਨ ਵਾਸਤੇ ਕਿ ਕਿਹੜਾ ਕੰਮ ਕਰਨਾ ਚਾਹੀਦਾ ਹੈ, ਕਿਹੜਾ ਕੰਮ ਨਹੀਂ ਕਰਨਾ ਚਾਹੀਦਾ, ਜ਼ਿੰਦਗੀ ਦੇ ਹਰ ਮੌਕੇ ਤੇ ਉਹਨਾਂ ਨੂੰ ਪੰਡਤ ਪਾਸੋਂ ਹੀ ਸੇਧ ਲੈਣੀ ਪੈਂਦੀ ਹੈ। ਪਰ ਇਹ ਸਭ ਤਰੀਕੇ ਐਸੇ ਹਨ ਜਿਹੜੇ ਕਿਹਾ ਜਾ ਸਕਦਾ ਹੈ ਕਿ ਵੀ ਅੱਧਾ ਪਚੱਧਾ ਗਿਆਨ ਹੈ ਜਿਹੜਾ ਸੰਸਾਰ ਸਾਗਰ ਨੂੰ ਪਾਰ ਕਰਨ ਦੇ ਵਿੱਚ ਸਹਾਈ ਨਹੀਂ ਹੁੰਦਾ।
ਸਫਲਤਾ ਨਹੀਂ ਦਿਵਾ ਸਕਦਾ। ਇਹ ਪਾਰ ਕਰਨ ਦੀ ਜਿਹੜੀ ਸਿਮਲੀ ਵਰਤੀ ਗਈ ਹੈ, ਜਿਹੜਾ ਅਲੰਕਾਰ ਵਰਤਿਆ ਗਿਆ ਹੈ ਸੰਸਾਰ ਸਾਗਰ ਤੋਂ ਪਾਰ ਹੋਣ ਦਾ, ਜਿਹਦਾ ਅਸਲ ਮਕਸਦ ਹੈ ਮਾਇਆ ਦੇ ਵਿਕਾਰਾਂ ਤੋਂ ਉੱਚਾ ਉੱਠ ਕੇ ਪ੍ਰਭੂ ਦੇ ਨਾਲ ਅਭੇਦਤਾ ਹਾਸਲ ਕਰਨੀ, ਭਾਵ ਜੋ ਗੁਣ ਪ੍ਰਭੂ ਦੇ ਹਨ ਉਹ ਗੁਣ ਇਨਸਾਨ ਦੇ ਅੰਦਰ ਵੀ ਆ ਜਾਣ, ਐਸੀ ਅਵਸਥਾ ਦੀ ਪ੍ਰਾਪਤੀ ਹੋ ਜਾਵੇ। ਪਰ ਇਹ ਪਾਰ ਕਰਨ ਦੇ ਜਦੋਂ ਕੱਚੇ ਪੱਕੇ ਢੰਗ ਵਰਤੇ ਜਾਂਦੇ ਹਨ ਤੇ ਨਿਰਣਾ ਫੇਲੀਅਰ ਹੀ ਹੁੰਦਾ ਹੈ। ਤਾਂ ਇਸੇ ਦੇ ਨਾਲ ਸੰਬੰਧਿਤ ਇੱਕ ਕਹਾਣੀ ਵੀ ਇਸ ਗੱਲ ਨੂੰ, ਇਸ ਅਵਸਥਾ ਨੂੰ ਬੜੇ ਸੋਹਣੇ ਢੰਗ ਦੇ ਨਾਲ ਸਮਝਾਉਂਦੀ ਹੈ ਕਿ ਜੇ ਗਲਤ ਤਰੀਕੇ ਦੇ ਨਾਲ ਜਾਂ ਅਧਪਚਿਤ ਦੇ ਗਿਆਨ ਦੇ ਨਾਲ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਰਿਜ਼ਲਟ ਜਿਹੜਾ ਹੈ ਉਹ ਖਰਾਬ ਹੀ ਹੁੰਦਾ ਹੈ, ਸਫਲਤਾ ਨਹੀਂ ਮਿਲਦੀ। ਤੋ ਇੱਕ ਕਹਾਣੀ ਹੈ ਜਿਹਦੇ ਵਿੱਚ ਇੱਕ ਆਦਮੀ ਕਿਸੇ ਪਾਸੋਂ ਜ਼ਬਾਨੀ ਸਿੱਖ ਲੈਂਦਾ ਹੈ ਕਿ ਭਈ ਕਿਸੇ ਵੀ ਦਰਿਆ ਨੂੰ, ਕਿਸੇ ਨਹਿਰ ਨੂੰ ਪਾਰ ਕਰਨਾ ਹੋਵੇ ਤੇ ਕਿਵੇਂ ਕਰਨਾ ਚਾਹੀਦਾ ਹੈ। ਤੋ ਜਿਸਨੇ ਉਹਨੂੰ ਸਮਝਾਇਆ ਉਹਨੇ ਆਖਿਆ ਕਿ ਭਈ ਅਗਰ ਜੇ ਪਾਣੀ ਦਾ ਲੈਵਲ ਨਾਪ ਕੇ ਪਹਿਲਾਂ ਦੇਖ ਲਿਆ ਜਾਵੇ ਤੇ ਜੇ ਤੇਰੇ ਕੱਦ ਨਾਲੋਂ ਪਾਣੀ ਦਾ ਲੈਵਲ ਨੀਵਾਂ ਹੋਵੇ ਤਾਂ ਹੀ ਪਾਣੀ ਨੂੰ ਪਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਪੈਦਲ ਪਾਰ ਨਹੀਂ ਕਰਨਾ ਚਾਹੀਦਾ, ਫਿਰ ਕੋਈ ਬੇੜੀ ਆਦਿ ਦੇ ਇਸਤੇਮਾਲ ਕਰਨਾ ਚਾਹੀਦਾ ਹੈ। ਉਹ ਆਦਮੀ ਆਪਣੇ ਪਰਿਵਾਰ ਦੇ ਸਮੇਤ ਜਿਹੜੇ ਸਫ਼ਰ ਤੇ ਨਿਕਲਿਆ ਤੇ ਰਾਹ ਦੇ ਵਿੱਚ ਜਿਹੜਾ ਦਰਿਆ ਆਇਆ, ਉੱਥੇ ਉਸਨੇ ਸੋਚਿਆ ਕਿ ਵੀ ਮੈਂ ਆਪਣੇ ਨੌਲੇਜ ਦਾ ਫਾਇਦਾ ਉਠਾਵਾਂ ਤੇ ਜੇ ਬੇੜੀ ਦੀ ਬਜਾਏ ਮੈਂ ਇਹ ਚੈੱਕ ਕਰ ਹੀ ਲਵਾਂ ਕਿ ਜੇ ਪੈਦਲ ਪਾਰ ਹੋਇਆ ਜਾ ਸਕਦਾ ਹੈ ਤੇ ਮੇਰਾ ਖਰਚਾ ਬਚ ਜਾਏਗਾ, ਮੈਨੂੰ ਪਾਰ ਹੀ ਪੈਦਲ ਹੀ ਪਾਰ ਕਰ ਲਵਾਂਗਾ। तो उसने पहला अपना कद नापिया, अपनी पत्नी का और अपने दो ਜਿਹੜੇ ਬੱਚੇ ਉਹਦੇ ਨਾਲ ਸਨ ਉਹਨਾਂ ਦਾ कद नाप लिया ਤੇ ਉਹਨਾਂ ਦੀ औसत ਕੱਢ ਲਈ। ਫਿਰ ਉਸਨੇ ਦਰਿਆ ਦੇ ਕਿਨਾਰੇ ਤੇ ਚਾਰ ਜਗ੍ਹਾ ਦੇ ਉੱਤੇ ਪਾਣੀ ਦੀ ਡੂੰਘਾਈ ਨਾਪੀ ਤੇ ਉਹਨਾਂ ਦੀ औसत ਕੱਢ ਲਈ। ਤੇ ਉਹਦੇ ਦਿਮਾਗ ਵਿੱਚ ਇਹ ਆਇਆ ਕਿ ਵੀ ਜਦ ਮੇਰੇ ਪਰਿਵਾਰ ਦੀ औसत ਜਿਹੜੀ ਹਾਈਟ ਹੈ, ਜਿੰਨਾ औसत ਕੱਦ ਹੈ ਮੇਰੇ ਪਰਿਵਾਰ ਦਾ, ਉਹ ਦਰਿਆ ਦੇ ਜਿਹੜੇ ਜਗ੍ਹਾ ਮੈਂ ਜਿੰਨੇ ਨਾਪੀਆਂ ਹਨ ਉਹਨਾਂ ਦੀ औसत ਕੱਦ ਤੋਂ ਜ਼ਿਆਦਾ ਹੈ ਤੇ ਅਸੀਂ ਬੜੇ ਆਰਾਮ ਨਾਲ ਇਹ ਦਰਿਆ ਨੂੰ ਪਾਰ ਕਰ ਸਕਦੇ ਹਾਂ। ਇਹ ਸੁਣ ਕੇ ਸਮਝਦਾਰ ਇਨਸਾਨ ਪਹਿਲਾਂ ਹੀ ਸਮਝ ਜਾਏਗਾ ਕਿ ਵੀ ਇਹ ਕਿਹੋ ਜਿਹਾ ਮੂਰਖਾਂ ਵਾਲਾ ਫਾਰਮੂਲਾ ਉਸਨੇ ਲਗਾਇਆ ਹੈ। ਪਰ ਉਹਦੇ ਮਨ 'ਚ ਆ ਗਿਆ ਕਿ ਭਈ ਜਦੋਂ ਮੈਨੂੰ ਸਿਆਣੇ ਨੇ ਕਿਹਾ ਸੀ ਕਿ ਜੇ ਤੇਰੀ ਹਾਈਟ ਪਾਣੀ ਦੇ ਕੁਝ ਡੂੰਘਾਈ ਨਾਲੋਂ ਜ਼ਿਆਦਾ ਹੋਵੇ ਤੇ ਤੂੰ ਪਾਰ ਕਰ ਸਕਦਾ ਹੈ, ਤੇ ਸਾਡੇ ਪਰਿਵਾਰ ਦੀ ਜਿਹੜੀ औसत ਹਾਈਟ ਹੈ ਉਹ ਦਰਿਆ ਦੀ औसत ਹਾਈਟ ਨਾਲੋਂ ਜ਼ਿਆਦਾ ਹੈ ਤੇ ਅਸੀਂ ਪਾਰ ਕਰ ਲਾਂਗੇ। ਤੇ ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਵੀ ਆ ਜਾਓ ਆਪਾਂ ਪੈਦਲ ਹੀ ਨਿਕਲ ਚੱਲਦੇ ਹਾਂ, ਕੋਈ ਲੋੜ ਨਹੀਂ ਬੇੜੀ 'ਚ ਬੈਠਣ ਦੀ। ਹੁਣ ਉਹਦੀ ਆਪਣੀ ਹਾਈਟ ਤਾਂ ਸੀ ਜ਼ਿਆਦਾ ਤੇ ਵਹੁਟੀ ਦੀ ਔਰ ਬੱਚਿਆਂ ਦੀ ਹਾਈਟ ਘੱਟ, ਤੇ ਉਹ ਦਰਿਆ ਦੇ ਵਿੱਚ ਰਿੜ ਪਏ ਤੇ ਜਦੋਂ ਪਾਰ ਪਹੁੰਚੇ ਤਾਂ ਫਿਰ ਉਹ ਇਕੱਲਾ ਹੀ ਪਹੁੰਚਿਆ ਤੇ ਪਰਿਵਾਰ ਬਾਕੀ ਦਾ ਨਜ਼ਰ ਹੀ ਨਾ ਆਇਆ। ਉਹ ਇਕੱਲੇ ਦਾ ਇਕੱਲਾ ਹੀ ਸਿਰਫ ਉੱਥੇ ਪਹੁੰਚਿਆ। ਹੁਣ ਉਹ ਬੜਾ ਪਰੇਸ਼ਾਨ ਕਿ ਇਹ ਕੀ ਹੋ ਗਿਆ। ਉਹਨੇ ਮੁੜ ਕੇ ਆਪਣਾ ਜੇਬ ਚੋਂ ਕਾਗਜ਼ ਕੱਢਿਆ ਜਿੱਥੇ ਉਹਨੇ ਟੋਟਲ ਲਗਾਇਆ ਸੀ, ਆਪਣੇ ਸਾਰੀ ਹਾਈਟ ਆਪਣੀ ਦੁਬਾਰਾ ਚੈੱਕ ਕੀਤੀ, ਟੋਟਲ ਕੀਤਾ, औसत ਕੱਢੀ, ਫਿਰ ਦਰਿਆ ਦੇ ਜਿਹੜੀ ਫਿਗਰਾਂ ਉਹਨੇ ਨੋਟ ਕੀਤੀਆਂ ਸੀ ਉਹਨਾਂ ਦੀ औसत ਕੱਢੀ ਤੇ ਉਹ ਸਭ ਕੁਝ ਦੇਖਿਆ। ਕਹਿੰਦਾ ਸਭ ਕੁਝ ਠੀਕ ਹੈ। ਕਹਿੰਦਾ ਅਰਬਾ ਜਿਉਂ ਕਾ ਤਿਉਂ ਪਰ ਕੁਨਬਾ ਡੁੱਬਾ ਕਿਉਂ, ਕਿ ਮੇਰਾ ਪਰਿਵਾਰ ਡੁੱਬ ਕਿਉਂ ਗਿਆ, ਮੇਰਾ ਹਿਸਾਬ ਬਿਲਕੁਲ ਠੀਕ ਹੈ। ਪਰ ਜਿਹੜੀ ਗੱਲ ਉਹਨੂੰ ਸਮਝ ਨਹੀਂ ਆਈ ਉਹ ਇਹ ਕਿ ਜਿਹੜਾ ਉਹਦਾ ਬੇਸਿਕ ਫਾਰਮੂਲਾ ਸੀ ਉਹੀ ਗਲਤ ਸੀ ਕਿ ਵੀ औसत ਨਾਲ, औसत ਹਾਈਟ ਨਾਲ औसत ਡੂੰਘਾਈ ਨੂੰ ਨਾਪ ਕੇ ਸਾਰੇ ਬੰਦੇ ਤਾਂ ਨਹੀਂ ਨਾ ਬਚ ਸਕਦੇ। ਜਿਹੜਾ ਲੰਬਾ ਹੋਏਗਾ ਉਹ ਤਾਂ ਪਾਰ ਹੋ ਜਾਏਗਾ, ਪਰ ਜਿਹਦੀ ਹਾਈਟ ਘੱਟ ਹੋਏਗੀ ਉਹ ਤਾਂ ਡੁੱਬ ਹੀ ਜਾਏਗਾ। ਸੋ ਜਿਹੜੇ ਪੰਡਤਾਂ ਦੇ ਦੱਸੇ ਹੋਏ ਕਰਮ ਕਾਂਡ ਹਨ ਉਹ ਵੀ ਕੁਝ ਇਸੇ ਤਰੀਕੇ ਦੇ ਸਿਧਾਂਤ ਹਨ ਕਿ ਕਿਧਰੇ ਤੀਰਥ ਇਸ਼ਨਾਨ ਕਰ ਲਓ ਤੇ ਇਹ ਤੁਹਾਨੂੰ ਪਾਰ ਕਰ ਦੇਣਗੇ, ਕਿਧਰੇ ਦਾਨ ਪੁੰਨ ਕਰੋ ਤਾਂ ਇਹ ਪਾਰ ਕਰ ਦੇਣਗੇ, ਕਿਧਰੇ ਜਗ ਕਰ ਲਓ ਤਾਂ ਇਹ ਪਾਰ ਲੰਘਾ ਦੇਣਗੇ। ਪਰ ਐਂਡ ਰਿਜ਼ਲਟ ਹੁੰਦਾ ਕੁਝ ਨਹੀਂ।
ਪਰ ਇਹ ਹੈ ਕਿ ਬਈ ਇਹ ਪਰਖ ਕੇ ਤੇ ਪੰਡਤ ਨੂੰ ਪੁੱਛਣ ਵਾਲਾ ਕੌਣ ਹੈ ਕਿ ਵੀ ਜੋ ਤੂੰ ਦੱਸਿਆ ਸੀ ਉਹਦਾ ਰਿਜ਼ਲਟ ਤਾਂ ਠੀਕ ਨਿਕਲਿਆ ਨਹੀਂ। ਤੇ ਕਿਉਂਕਿ ਹੁਣ ਵਾਪਸ ਆ ਕੇ ਤੇ ਕੋਈ ਕਹਿ ਨਹੀਂ ਸਕਦਾ ਕਿ ਵੀ ਤੂੰ ਤਾਂ ਮੈਨੂੰ ਡੋਬ ਦਿੱਤਾ ਹੈ, ਮੈਂ ਮੁੜ ਕੇ ਹੁਣ ਦੁਨੀਆ 'ਚ ਚਲਾ ਗਿਆ ਵਾਂ। ਤੇ ਪੰਡਤ ਜੀ ਇਸ ਕਰਕੇ ਉਹਨਾਂ ਦਾ ਧੰਦਾ ਚੱਲਦਾ ਰਹਿੰਦਾ ਹੈ। ਸੋ ਗੁਰਬਾਣੀ ਨੇ ਇਹਨਾਂ ਸਾਰੇ ਵੱਖ-ਵੱਖ ਤਰ੍ਹਾਂ ਦੇ ਕਰਮ ਕਾਂਡਾਂ ਨੂੰ ਨਿਗੇਟ ਕੀਤਾ ਹੈ, ਕੰਡੈਮ ਕੀਤਾ ਹੈ। ਜੋ ਗੁਰਬਾਣੀ ਦੇ ਅੰਦਰ ਆਵਾਗਮਨ ਮਿਟਾਉਣ ਦਾ ਜੋ ਉਪਦੇਸ਼ ਹਨ, ਉਹਨਾਂ ਦੇ ਉੱਤੇ ਥੋੜਾ ਜਿਹਾ ਉਹਨਾਂ ਵਿੱਚੋਂ ਇੱਕ ਦੋ ਮਿਸਾਲਾਂ ਅਸੀਂ ਦੇਖਦੇ ਹਾਂ। ਸੋਹਿਲੇ ਦੀ ਬਾਣੀ ਦਾ ਅਸੀਂ ਪਾਠ ਕਰਦੇ ਹਾਂ, ਉਹਦੇ ਵਿੱਚ ਹੀ ਇਹ ਪੰਕਤੀ ਆਉਂਦੀ ਹੈ ਕਿ ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬੋਹਰ ਨਾ ਹੋਏਗੋ ਫੇਰਾ। ਬੋਹਰ ਨਾ ਹੋਏਗੋ ਫੇਰਾ, ਫਿਰ ਮੁੜ ਕੇ ਜਨਮ ਮਰਨ ਦਾ ਗੇੜ ਨਹੀਂ ਹੋਏਗਾ। ਕਿਵੇਂ ਨਹੀਂ ਹੋਏਗਾ? ਕਿ ਜਿਸ ਕੰਮ ਵਾਸਤੇ ਆਏ ਉਸੇ ਦਾ ਵਣਜ ਕਰੋ। ਜਿਸ ਮਕਸਦ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ, ਕੋਈ ਕੰਮ ਕਰੋਗੇ ਤੇ ਤਾਂ ਹੀ ਭਵਜਲ ਪਾਰ ਹੋਏਗਾ ਨਾ। ਤੇ ਉਹ ਕੰਮ ਹੈ ਹਰੀ ਦਾ ਨਾਮ ਮਨ ਦੇ ਵਿੱਚ ਵਸਾਣਾ, ਭਾਵ ਹਰੀ ਦੇ ਗੁਨਾਹ ਦੇ ਨਾਲ ਸਾਂਝ ਪਾਣੀ। ਤੇ ਉਹਦਾ ਰਿਜ਼ਲਟ ਕੀ ਹੋਏਗਾ ਕਿ ਆਤਮਕ ਆਨੰਦ ਅਤੇ ਅਡੋਲਤਾ ਦੀ ਅਵਸਥਾ ਵਿੱਚ ਟਿਕ ਕੇ ਤੁਸੀਂ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਲੋਗੇ। ਉਹਦੇ ਗੁਣਾਂ ਦੇ ਨਾਲ ਸਾਂਝ ਪਾ ਲਓਗੇ, ਪਰਮਾਤਮਾ ਦੇ ਗੁਣ ਤੁਹਾਡੇ ਅੰਦਰ ਹੀ ਟਿਕ ਜਾਣਗੇ। ਤੇ ਜੇ ਐਸੀ ਅਵਸਥਾ ਬਣ ਜਾਏਗੀ ਤੇ ਫਿਰ ਮੁੜ ਕੇ ਜਨਮ ਮਰਨ ਦੀ ਲੋੜ ਨਹੀਂ ਪਏਗੀ। ਤਾਂ ਇਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਭੂ ਦੇ ਗੁਣਾਂ ਨਾਲ ਸਾਂਝ ਪੈ ਜਾਵੇ ਤੇ ਪਰਮਾਤਮਾ ਦੇ ਨਾਲ ਮਿਲਾਪ ਇਸੇ ਜਨਮ ਵਿੱਚ ਹੀ ਹੋ ਜਾਏਗਾ। ਆਪਣੇ ਅੰਦਰੋਂ ਹੀ ਪ੍ਰਭੂ ਨਾਲ ਮਿਲਾਪ ਪ੍ਰਾਪਤ ਹੋ ਜਾਏਗਾ। ਇਸੇ ਤਰ੍ਹਾਂ ਹੀ ਗੌੜੀ ਰਾਗ ਦੇ ਅੰਦਰ ਇੱਕ ਹੋਰ ਪੰਕਤੀ ਆਉਂਦੀ ਹੈ, ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਇਹ ਨਾਨਕ ਜੇ ਆਪਣੇ ਮਨ ਨੂੰ ਜਿੱਤ ਲਈਏ ਤਾਂ ਵਿਕਾਰਾਂ ਉੱਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ। ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ ਤੇ ਮਾਇਆ ਦੇ ਪਿੱਛੇ ਜਿਹੜੀ ਭਟਕਣਾ ਹੈ ਉਹ ਮੁੱਕ ਜਾਂਦੀ ਹੈ। ਇਹ ਹੁੰਦਾ ਕਿਵੇਂ ਹੈ? ਉਹ ਇਸ ਤਰ੍ਹਾਂ ਹੀ ਕਿ ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਮਨ ਦੀ ਅਡੋਲਤਾ ਮਿਲਦੀ ਹੈ, ਉਸਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ। ਤੋਂ ਪਿਛਲੀ ਪੰਕਤੀ 'ਚ ਵੀ ਔਰ ਇਸ ਦੇ ਵਿੱਚ ਵੀ ਮੇਨ ਜਿਹੜੀ ਗੱਲ ਸਮਝਾਈ ਗਈ ਹੈ, ਗੁਰੂ ਦੀ ਗਾਈਡੈਂਸ। ਗੁਰੂ ਪਾਸੋਂ ਹੀ ਇਹ ਸਿੱਖਿਆ ਮਿਲਦੀ ਹੈ ਕਿ ਕਿਵੇਂ ਮਨ ਦੇ ਉੱਤੇ ਕਾਬੂ ਪਾਉਣਾ ਹੈ, ਵਿਕਾਰਾਂ ਤੇ ਕਾਬੂ ਪਾਉਣਾ ਹੈ ਤੇ ਗੁਨਾਹ ਦੇ ਨਾਲ ਸਾਂਝ ਪਾਉਣੀ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਜਗ੍ਹਾ ਗੌੜੀ ਰਾਗ ਦੇ ਅੰਦਰ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼। ਸਾਧੂ ਕੇ ਪੂਰਨ ਉਪਦੇਸ਼। ਸਾਧੂ ਲਫ਼ਜ਼ ਜਿਹੜਾ ਇੱਥੇ ਗੁਰੂ ਵਾਸਤੇ ਹੀ ਆਇਆ ਹੈ ਤੇ ਗੁਰੂ ਦੇ ਉਪਦੇਸ਼ ਦੁਆਰਾ ਹੀ ਵਿਕਾਰਾਂ ਦੀ ਤਪਸ਼ ਵਿੱਚ ਪਰਮਾਤਮਾ ਸਾਡੇ ਅੰਦਰ ਠੰਡ ਵਰਤਾ ਦਿੰਦਾ ਹੈ। ਫਿਰ ਜੀਵਨ ਵਿੱਚ ਸੁੱਖ ਹੀ ਸੁੱਖ ਹੋ ਜਾਂਦਾ ਹੈ, ਦੁੱਖ ਨਾਸ਼ ਹੋ ਜਾਂਦੇ ਹਨ ਤੇ ਜਨਮ ਮਰਨ ਦੇ ਗੇੜ ਵਿੱਚ ਪੈਣ ਦੇ ਸਾਰੇ ਡਰ ਫਿਕਰ ਹੀ ਮਿਟ ਜਾਂਦੇ ਹਨ। ਤਾਂ ਗੁਰੂ ਦਾ ਉਪਦੇਸ਼ ਹੀ ਇੱਕੋ ਇੱਕ ਐਸਾ ਢੰਗ ਹੈ ਜਿਹਦੇ ਨਾਲ ਇਹ ਆਵਾਗਮਨ ਮਿਟ ਸਕਦਾ ਹੈ। ਪਰ ਰਾਓ ਦੇ ਬੰਦ ਵਿੱਚ ਭਗਤ ਰਵਿਦਾਸ ਜੀ ਨੇ ਜਿਹੜੀ ਇਹ ਸਮੱਸਿਆ ਖੜੀ ਕੀਤੀ ਹੈ, ਉਹਦਾ ਉਹ ਪਹਿਲੇ 4 ਪਦਿਆਂ ਦੇ ਅੰਦਰ ਡਿਟੇਲ ਵਿੱਚ ਸਮਝਾਉਂਦੇ ਹਨ ਕਿ ਜੋ ਦੁਨੀਆ ਵਿੱਚ ਧਾਰਮਿਕ ਆਗੂ, ਅਖਵਾਉਣ ਵਾਲੇ ਪੰਡਿਤ, ਜੋਗੀ ਆਦਿਕ ਜਿਹੜੇ ਉਪਦੇਸ਼ ਦਿੰਦੇ ਹਨ, ਜਿਹੜੀਆਂ ਗੱਲਾਂ ਲੋਕਾਂ ਨੂੰ ਕੱਸ ਕੇ ਆਪਣੇ ਮਗਰ ਲਾਉਂਦੇ ਹਨ, ਉਹਨਾਂ ਦੇ ਵਿੱਚ ਗੁਰੂ ਗਿਆਨ ਦੀ ਗੱਲ ਤਾਂ ਹੈ ਹੀ ਨਹੀਂ। ਕਿਉਂਕਿ ਪੰਡਤ ਨੇ ਧਾਰਮਿਕ ਗਿਆਨ ਤਾਂ ਕਿਸੇ ਨੂੰ ਦੇਣਾ ਨਹੀਂ, ਉਹਨੇ ਸਿਰਫ ਆਪਣਾ ਹਲਵਾ ਮਾਂਡਾ ਬਣਾਉਣ ਵਾਸਤੇ ਤੇ ਆਪਣੀ ਪ੍ਰਭੂ ਸੱਤਾ ਨੂੰ ਕਾਇਮ ਰੱਖਣ ਵਾਸਤੇ ਕਿ ਵੀ ਮੇਰੇ ਤੋਂ ਬਗੈਰ ਕਿਸੇ ਹੋਰ ਦਾ ਕੰਮ ਚੱਲੇ ਨਾ, ਉਹ ਸਿਰਫ ਉਨੀ ਕੁ ਲਿਮਟਿਡ ਜਾਣਕਾਰੀ ਆਪਣੇ ਚੇਲਿਆਂ ਨੂੰ ਦਿੰਦਾ ਹੈ ਕਿ ਇਹ ਚੰਗੇ ਕਰਮ ਕਰਨੇ ਨੇ, ਜਿਹੜੇ ਵੀ ਕੰਮ ਕਰਨੇ, ਕਿਹੜੇ ਵਕਤ ਕਰਨੇ ਨੇ, ਕਿਸ ਢੰਗ ਨਾਲ ਕਰਨੇ ਨੇ, ਉਹ ਗਿਆਨ ਸਿਰਫ ਮੇਰੇ ਕੋਲ ਹੈ ਤੇ ਤੁਸੀਂ ਮੇਰੇ ਕੋਲੋਂ ਪੁੱਛੋਗੇ ਤੇ ਮੈਂ ਤੁਹਾਨੂੰ ਗਾਈਡ ਕਰਾਂਗਾ। ਤੇ ਉਹਦੇ ਹੀ ਵਜ਼ਾਨੇ ਵਜੋਂ ਉਹਨਾਂ ਨੂੰ ਪੰਡਤ ਜੀ ਦੀ ਸੇਵਾ ਕਰਨੀ ਪੈਂਦੀ ਸੀ। ਪੰਡਤ ਜੀ ਦਾ ਜੀਵਨ ਨਿਰਵਾਹ ਚੱਲਦਾ ਰਹਿੰਦਾ ਸੀ। ਭਗਤ ਰਵਿਦਾਸ ਜੀ ਨੂੰ ਸਭ ਤੋਂ ਵੱਡਾ ਇਤਰਾਜ਼ ਇਹੀ ਸੀ ਕਿ ਜੋ ਕਰਮ ਆਵਾਗਮਨ ਦੇ ਗੇੜ ਨੂੰ ਮਿਟਾ ਸਕਦਾ ਹੈ,
ਉਹਦੇ ਬਾਰੇ ਤਾਂ ਕੋਈ ਜਾਣਕਾਰੀ ਦਿੰਦਾ ਨਹੀਂ ਹੈ, ਕੋਈ ਸਮਝਾਉਂਦਾ ਨਹੀਂ ਹੈ। ਮੋਸੋ ਕਹੂ ਨਾ ਕਹੇ ਸਮਝਾਏ, ਜਾਤੇ ਆਵਾਗਮਨ ਬਿਲਾਏ, ਬਿਲਾਏ ਤੋਂ ਭਾਵ ਨਾਸ਼ ਹੋ ਜਾਂਦਾ ਹੈ, ਦੂਰ ਹੋ ਜਾਂਦਾ ਹੈ। तो फिर पार कैसे पाए बोले, किवें इस भवजल तो पार होया जा सकता है, इस गल की कोई समझ दिंदा नहीं है। तो इन्हां ही चीज़ां दी जिहड़े कर्मकांड दुनिया दे विच लोकां नूं दस्से जांदे हन, उन्हां दा वर्णन फिर पहले 4 पदियां च भगत जी करदे हन, ते अखीरले 4 पदियां दे अंदर फिर गुरमत दा जो ज्ञान है, जो असल जीवन जाच है, वो शब्द दे दूसरे भाग दे विच भगत जी एक्सप्लेन करदे हन। सो मसला है पार कैसे पाए बोले, इस भवजल तो पार होना किवें है, इस आवागमन दे गेड़ तो किवें छुटकारा पाना है। तो इस शब्द के अंदर जिवें भगत जी ने गल कीती है, हुण आओ उसकी विचार करते हाँ। सो पहले पद भगत जी फरमाते हैं, सतयुग सत तेता जगी, द्वापर पूजा चार, तीनों युग तीनों दिड़े, कल केवल नाम आधार। पंडित ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਤੁਸੀਂ ਕਹਿੰਦੇ ਹੋ ਕਿ ਹਰੇਕ ਯੁੱਗ ਵਿੱਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ। ਸਤਯੁਗ ਵਿੱਚ ਦਾਨ ਕਰਨ ਦਾ ਹੀ ਕਰਮ ਕਰਨ ਵਾਲਾ ਕੰਮ ਸੀ, ਇਹੀ ਪ੍ਰਧਾਨ ਸੀਗਾ। ਦਾਨ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੀਵਨ ਮੁਕਤੀ ਜਾਂ ਭਵਜਲ ਤੋਂ ਪਾਰ ਹੋਣ ਦਾ ਜਿਹੜਾ ਤਰੀਕਾ ਹੈ। ਸਤਯੁਗ ਦੇ ਅੰਦਰ ਦਾਨ ਜਿਹੜਾ ਸੀ ਉਹ ਹੀ ਧਰਮ ਦਾ ਕਰਮ ਸੀ। ਤ੍ਰੇਤੇ ਦੇ ਵਿੱਚ ਯੱਗ ਕਰਨ ਦੀ ਜਿਹੜੀ ਮਰਿਆਦਾ ਸੀ ਉਹ ਪ੍ਰਧਾਨ ਸੀ। ਤ੍ਰੇਤੇ ਵਿੱਚ ਲੋਕ ਯੱਗ ਕਰਕੇ ਹੀ ਪਾਰ ਹੁੰਦੇ ਰਹੇ। ਇਹ ਔਰ ਦੁਆਪਰ ਦੇ ਵਿੱਚ ਪੂਜਾਚਾਰ ਭਾਵ ਦੇਵਤਿਆਂ ਦੀ ਪੂਜਾ ਆਦਿਕ ਕਰਮ, ਇਹੀ ਪ੍ਰਧਾਨ ਕਰਮ ਸੀ। ਤੋ ਉਹਨਾਂ ਦਾ ਮਤ ਇਹ ਕਹਿੰਦਾ ਹੈ ਕਿ ਹਰ ਯੁੱਗ ਦਾ ਧਰਮ ਵੱਖੋ ਵੱਖਰਾ ਹੁੰਦਾ ਹੈ। ਸਤਯੁਗ ਦੇ ਵਿੱਚ ਦਾਨ ਕਰਕੇ ਹੀ ਭਵਜਲ ਤੋਂ ਪਾਰ ਹੋਇਆ ਜਾ ਸਕਦਾ ਸੀ। ਤ੍ਰੇਤੇ ਦੇ ਵਿੱਚ ਯੱਗ ਕਰਕੇ ਪਾਰ ਹੋਇਆ ਜਾ ਸਕਦਾ ਸੀ। ਦੁਆਪਰ ਦੇ ਵਿੱਚ ਦੇਵਤਿਆਂ ਦੀ ਪੂਜਾ ਹੀ ਕੀਤੀ ਜਾ ਸਕਦੀ ਸੀ। ਤੇ ਕਲਯੁਗ ਦੇ ਵਿੱਚ ਸਿਰਫ ਨਾਮ ਹੀ ਇੱਕ ਤਰੀਕਾ ਹੈ ਜਿਹਦੇ ਰਾਹੀਂ ਪਾਰ ਹੋਇਆ ਜਾ ਸਕਦਾ ਹੈ। ਪਰ ਨਾਮ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਕੇਵਲ ਇੱਕ ਕਿਸੇ ਮੰਤਰ ਦਾ ਰਟਣਾ, ਕਿਸੇ ਇੱਕ ਸ਼ਬਦ ਦਾ ਬਾਰ-ਬਾਰ ਦੁਹਰਾਇਆ ਜਾਣਾ। ਨਾਮ ਜੋ ਗੁਰਮਤ ਦੇ ਅੰਦਰ ਵਿਆਖਿਆ ਹੈ ਉਹਦੇ ਨਾਲ ਇਹਦਾ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਸੀ। ਉਹਨਾਂ ਦੇ ਮੁਤਾਬਕ ਨਾਮ ਜਿਹੜਾ ਸੀ ਉਹ ਕੇਵਲ ਕਿਸੇ ਇੱਕ ਮੰਤਰ ਦਾ, ਇੱਕ ਲਫ਼ਜ਼ ਦਾ ਬਾਰ-ਬਾਰ ਰਿਪੀਟ ਕਰਨਾ ਸੀ। तो उसे तो ही अगे माला फेरनिया, एक समाधियां ला के इको लफज का बार बार रिटर्न करना, ये सारिया चीज़ां धर्म का अंग मन्निया जान लग पिया। ते उन्हां दी देखा देखी अज सिख धर्म के अंदर भी बड़े लोग उसे नूं ही नाम जपना मनते हैं। हालांकि गुरबाणी दे विचों अगर जे असी गहराई दे नाल नाम की व्याख्या नूं समझण दा यतन करिए तो ये एक लफज का रिपीट करना माला दे राही या मूँह जबानी एक लफज नूं दोहराई जाना, इन्हां सब चीज़ों का नाम दे नाल कोई संबंध नहीं है। ये सनातनी मत की विचारधारा सी कि किसी एक लफज नूं, चाहे वो राम का नाम है, चाहे गोबिंद है या कुछ कोई भी लफज एक लैके उसका बार बार रटन करन नूं वो नाम कहते सन। तो उस तरीके नूं साडे अज दे जमाने के अंदर कई गुरसिखा ने भी इसनूं धर्म की गल समझ के अपना लिया है। हालांकि ये जो डेफिनेशन है ये ब्राह्मण मत विचों, सनातन मत विचों आई है। तो भगत रविदास जी ने इस पहले पते के अंदर उन्होंने ही इस अलग अलग युगों के अलग अलग धर्म होने की गल की है कि तुहाडे मुताबक सतयुग विच दान, त्रेते दे विच जग, द्वापर दे विच देव पूजा ते कलयुग दे विच सिर्फ नाम रिपीट करना ही ये धर्म के कर्म हैं। ते तुहाडे मुताबक ये हर युग का वक्खो वखरा धर्म है। पर की इस तरीके दे नाल भवजल तो पार होया जा सकता है? तो अगले इस तो इमीडिएटली फॉलोइंग जिहड़ा राहव दा बंद है उहदे विच भगत जी ने सवाल खड़ा कर दिता कि पार कैसे पाए बोले, इस तरह दे पार नहीं पाया जा सकता। पार होने का तो एक ही ढंग होना चाहिए है। ये तो नहीं है कि समा
ਬਦਲ ਜਾਏ ਤੇ ਪਾਰ ਹੋਣ ਦੇ ਢੰਗ ਬਦਲਦੇ ਰਹਿਣ। ਇਨਸਾਨ ਵੀ ਉਹੀ ਹੈ, ਮਾਇਆ ਦਾ ਪ੍ਰਭਾਵ ਵੀ ਉਹਦੇ ਉਹੀ ਗੁਣ ਹਨ ਤੇ ਕੁਝ ਵੀ ਨਹੀਂ ਬਦਲਿਆ ਤਾਂ ਫਿਰ ਸਮੇਂ ਦੇ ਨਾਲ ਧਰਮ ਕਿਵੇਂ ਬਦਲ ਗਏ। ਤਾਂ ਭਗਤ ਜੀ ਨੂੰ ਇਸ ਗੱਲ ਤੇ ਜੋ ਇਤਰਾਜ਼ ਹੈ, ਉਸੇ ਕਰਕੇ ਰਾਹੋਂ ਦੇ ਵਿੱਚ ਉਹਨਾਂ ਨੇ ਸਵਾਲ ਖੜਾ ਕਰਤਾ ਕਿ ਪਾਰ कैसे पाए बुरे, मोसो को ना कहे समझाए, जाते आवागमन पिलाए। तो ये पहले पदे ਦੇ ਅੰਦਰ ਉਹਨਾਂ ਦੇ ਬ੍ਰਾਹਮਣਾਂ ਦੇ ਦੱਸੇ ਹੋਏ ਅਲੱਗ-ਅਲੱਗ ਯੁਗਾਂ ਦੇ ਵੱਖੋ ਵੱਖਰੇ ਧਰਮਾਂ ਦਾ ਜ਼ਿਕਰ ਕਰਕੇ ਤੇ ਰਾਹੋਂ ਦੇ ਬੰਦ ਵਿੱਚ ਇਸ ਨੂੰ ਕੁਐਸਚਨ ਕੀਤਾ ਹੈ ਭਗਤ ਜੀ ਨੇ। ਹੁਣ ਦੂਸਰੇ ਬੰਦ ਵਿੱਚ ਉਸ ਤੋਂ ਅੱਗੇ ਫਿਰ ਗੱਲ ਕਰਦੇ ਹਨ, ਪਰ ਗੁਰਮਤਿ ਦੇ ਅੰਦਰ ਦੀ ਗੱਲ ਹੈ ਉਹਦੇ ਬਾਰੇ ਗੁਰਬਾਣੀ ਤੋਂ ਸਾਨੂੰ ਪ੍ਰਮਾਣ ਮਿਲਦੇ ਹਨ ਕਿ ਕਲਮੈ ਰਾਮ ਨਾਮ ਸਾਰ, ਸਾਰ ਤੋਂ ਭਾਵ ਹੈ श्रेष्ठ। पर दुनिया के लोग की करते हैं कि अखी तां मीटै नाक पकड़े ठगन को संसार। दुनिया नूं प्रमाण वास्ते ठगन वास्ते सिर्फ दिखावे दा कर्म करते हैं कि अखा मीट के नक फड़ के मानो एक समाधि जी ला के बैठ जाते हैं कि असीं नाम जप रहे हैं, जद कि ये काम नाम जपन का तरीका ये है नहीं है। प्रभु का नाम श्रेष्ठ है, पर ये दिखावे दे कर्म जिहड़े हैं ये नाम जपना नहीं है। फिर अगे फरमाते हैं गुरु साहब के जुग चारे नाम उत्तम, शब्द विचार कल मैं गुरमुख उतरस पार। कि चारा ही जुगां दे विच नाम उत्तम है जो शब्द की विचार के राही प्राप्त होता है। तो मनुखा जुनी कल का इत्थे अर्थ है इस मनुखा जन्म के अंदर सन्मुख होके ही पार उतरिया जा सकता है। तो इसी तरह ही होर गुरबाणी का फरमान है कि कोट तीरथ मजन इशनाना इस कल में मैल भरीजै, साध संग जो हरगुण गावे सो निर्मल कर लीजै। कि कहे जाते तीर्थां दे उत्ते जाके इशनान करना ये सगों इस मनुखा जन्म के अंदर मन की मैल नूं वधाउण दा ही कारण बनते हैं, मन दे विच हंकार होर भरदे हैं। असल तरीका है मन की मैल नूं कट्टण दा कि साध संगत दे विच जुड़ के जो हरि दे गुण गावे, प्रभु की सिफतां दे नाल जुड़े, प्रभु के गुणां दे नाल सांझ पावे, उहदे नाल ही मन की मैल कट्टी जाती है। तो जो सनातनी मत का नाम है वो है अखी तां मीटे नाक पकड़े ठगन को संसार। पर गुरमत का नाम है कि शब्द विचार या साध संग जो हरगुण गावे सो निर्मल कर लीजै। तो ये दोनों के जो फर्क है इसनों ध्यान च रखने की जरूरत है। हुण दूसरे पदे विच फिर अगे भगत जी कहते हैं कि बहुविध धर्म निरूपी है, करता दिसै सब लोए, कवन कर्म ते छूटी है, जे साधे सब सिद्ध होए। निरूपीय तो भाव है मिथ दिते गए हैं, साध ये दस दिता गया कि यही कर्म हैं, यही धर्म है। तो सनातन मत के अंदर जो जिहदी व्याख्या केवल ते केवल करन दा हक ब्राह्मण नूं है, उसने ये मिथ दिता कि अलग अलग जातां विच जन्म लैण वालियां वास्ते अलग अलग कर्म हैं, ब्राह्मण दे करन वाले होर कर्म हैं, खत्रियां दे करन वाले होर कर्म हैं, वैश्य दे होर कर्म हैं, शूद्र दे होर कर्म हैं। ਵੱਖ-ਵੱਖ तरह के धर्म के तरीके वर्ण आश्रम की वंड करके ते नियत कर दिते गए। धर्म ग्रंथां नूं पढ़न ते पढ़ाउण दा काम केवल ब्राह्मणां दे जिम्मे लाया गया ते बाकी दियां तिन्नां वर्णां नूं इस गल तो मनाही हो गई। खत्रियां वास्ते केवल ते केवल लड़ाई अपना वीरता वाले कर्म या युद्ध करना यही काम उन्हां वास्ते मिथ दिता गया। वैश्य के वास्ते हो गया कि सिर्फ धन कमाई करनी है तो ब्राह्मण नूं दान देना है, तो शूद्र वास्ते हो गया कि उन्हें सिर्फ उपरलियां कई जांदियां वड्डियां जातां वालियां दी सेवा ही करनी है। तो ये उन्हां दे धर्म ग्रंथां दे रैफरेंस दे के ते वर्ण आश्रम की वंड करके ते कई तरीके दे वक्खो वखरे धर्म नियत कर दिते गए। तो यही कुछ भगत जी कहते हैं कि सारा जगत यही कुछ मिथे हुए धर्म कर्म करदा नजर आ रहा है। बहुत विध अलग अलग तरीके बहुत विधियां दे नाल वख-वख तरीकों के नाल धर्म निरूपी है, धर्म की हदबंदी कर दी गई, वर्ण आश्रम के मुताबिक वक्खो वखरे तरह के धर्म नियत कर दिते गए। करता दिसै, करता तो भाव है करदा होया, दिसै दिसदा है,
सब लोए, सारा लोए, लोए मैंने जगत संसार। तो जिस तरीके ब्राह्मण ने ਵੱਖ-ਵੱਖ ਵਰਨਾਂ ਵਾਸਤੇ ਵੱਖ-ਵੱਖ ਤਰ੍ਹਾਂ ਦੇ ਧਰਮ ਨਿਯਤ ਕਰ ਦਿੱਤੇ, ਸਾਰਾ ਸੰਸਾਰ ਜਿਹੜਾ ਬ੍ਰਾਹਮਣ ਦਾ ਫਾਲੋਅਰ ਹੈ ਉਹੀ ਕੁਝ ਕਰਦਾ ਹੀ ਨਜ਼ਰ ਆਂਦਾ ਹੈ। ਪਰ ਕਿਸ ਕਰਮ ਦੇ ਨਾਲ ਛੁਟਕਾਰਾ ਮਿਲਣਾ ਹੈ, ਭਵਜਲ ਤੋਂ ਪਾਰ ਹੋ ਸਕਣਾ ਹੈ, ਆਵਾਗਮਨ ਤੋਂ ਖਲਾਸੀ ਹੋਣੀ ਹੈ, ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਿਸ ਨੂੰ ਪੂਰੇ ਚੰਗੇ ਢੰਗ ਨਾਲ ਕਰ ਲਿਆ ਜੋ ਜਨਮ ਦਾ ਮਨੋਰਥ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਗੱਲ ਬਾਮਨ ਨੇ ਕਿਸੇ ਨੂੰ ਨਹੀਂ ਸਮਝਾਈ। ਤਾਂ ਭਗਤ ਜੀ ਕਹਿੰਦੇ ਹਨ ਕਵਨ ਕਰਮ ਤੇ ਛੁੱਟੀ ਹੈ, ਕਿਹੜੇ ਕਰਮ ਨਾਲ ਛੁਟਕਾਰਾ ਹੋਣਾ ਹੈ। ਤੂੰ ਇਹ ਤਾਂ ਕਹਿਤਾ ਕਿ ਬ੍ਰਾਹਮਣ ਸਿਰਫ ਧਰਮ ਪੁਸਤਕਾਂ ਦਾ ਪਠਨ ਪਾਠਨ ਕਰੇਗਾ, ਯੱਗ ਕਰਵਾਏਗਾ, ਦਾਨ ਲਏਗਾ, ਤੇ ਖੱਤਰੀ ਜਿਹੜੇ ਹਨ ਉਹ ਸਿਰਫ ਲੜਾਈ ਕਰਨਗੇ ਤੇ ਰਾਜ ਭਾਗ ਦੀ ਰਾਖੀ ਕਰਨਗੇ, ਵੈਸ਼ ਧਨ ਕਮਾਏਗਾ, ਸ਼ੂਦਰ ਸਾਰਿਆਂ ਦੇ ਜਿੰਨੇ ਵੀ ਛੋਟੇ ਕੰਮ ਹਨ ਸੇਵਾ ਦੇ ਕੰਮ ਹੈ ਉਹ ਕਰੇਗਾ। ਪਰ ਆਵਾਗਮਨ ਤੋਂ ਛੁਟਕਾਰਾ ਕਿਹੜੇ ਕਰਮ ਨਾਲ ਹੋਣਾ ਇਹ ਗੱਲ ਕਿਸੇ ਨੇ ਨਹੀਂ ਸਮਝਾਈ। ਜੋ ਜੀਵਨ ਦਾ ਮਨੋਰਥ ਹੈ ਪ੍ਰਭੂ ਨਾਲ ਅਪੇਦਿਤਾ ਉਹ ਕਿਹੜੇ ਕਰਮ ਨਾਲ ਪ੍ਰਾਪਤੀ ਹੋਣੀ ਹੈ ਉਹ ਗੱਲ ਤਾਂ ਕਿਸੇ ਨੇ ਦੱਸੀ ਨਹੀਂ। तो कवन कर्म ते छुट्टी है, किस कर्म तो छुटकारा होना है। जे साधे जिसनों सिद्ध कीतियां जेड़ा कर्म करन दे नाल सब सिद्ध होए, जो जीवन दा मनोरथ है ओदी सिद्धि हो जाए, ओदी प्राप्ति हो जाए, जीवन सफल हो जाए, ये गल तो दसी नहीं। वक्खो वक्खरे धर्म ते दस दिते, पर जो मनुखा जीवन दा मनोरथ है वो प्राप्त किवें होना है ये गल किसी ने नहीं समझाई। फिर तीसरे पदे च कहंदे हन कि जनता नूं किहड़े काम च उलझा दिता कि करम अकरम विचारी है, शंका सुन वेद पुराण। वेदां ते पुराणां दे रेफरेंस दे के यही दसी जाते हैं बामन कि ये कर्म करन वाले हन, ये अकर्म हन, जिहड़े काम शास्त्रां ने वर्जे हुए हन नहीं करने, कुछ पाप हन कुछ पुण्य हन। तो जनता नूं इसे काम च उलझा दिता कि तुसी पाप कर्म नहीं करने, पुण्य नहीं करने, पर पुण्य की है ते पाप की है ਇਹਦਾ ਗਿਆਨ ਸਿਰਫ ਬ੍ਰਾਹਮਣ ਨੂੰ ਹੈ, ਕਿਉਂਕਿ ਸ਼ਾਸਤਰਾਂ ਨੂੰ ਤੇ ਵੇਦਾਂ ਪੁਰਾਣਾਂ ਨੂੰ ਸਿਰਫ ਉਸੇ ਨੇ ਪੜ੍ਹਦਾ ਤੇ ਗਿਆਨ ਵੀ ਸਿਰਫ ਉਹਦੇ ਕੋਲ ਹੀ ਹੈ ਤੇ ਉਹਨੇ ਬਾਕੀ ਕੁਝ ਨਹੀਂ ਦੱਸਣਾ। ਜੋ ਉਹਦੇ ਮਨ ਵਿੱਚ ਆਏਗਾ ਸਿਰਫ ਉਨੀ ਕੁ ਗੱਲ ਉਸਨੇ ਆਪਣੇ ਜਜਮਾਨ ਨੂੰ ਦੱਸਣੀ ਹੈ। तो बार-बार जब ब्राह्मण को जाके ही पूछना पड़ेगा कि केड़ा कर्म करने वाला है, केड़ा कर्म नहीं करने वाला। तो हर काम वास्ते ब्राह्मण की सहायता लैनी पैंदी है, ओदे चरणों में जाके ही ज्ञान हासिल करना पैंदा है। तो मन दे विच हर वेले सहम ही पिया रहिंदा है। संसा सद हिरदे बसे, सदा हिरदे दे अंदर दिल दे अंदर एक सहम टिकिया रहिंदा है कि भाई केड़ा काम मैं करने वाला है, केड़ा नहीं करने वाला। किधरे मैं बिना पूछे बामन तो कोई काम कर लिया, किधरे गलत ही ना हो जाए, अकर्म ना हो जाए, कर्म करने ने अकर्म नहीं करने। तो मन दे विच हमेशा ये शंका ये सहम बनिया ही रहिंदा है। पर हिरदे दे विचों हंकार किवें दूर होवे, वो हंकार जिहड़ा प्रभु दे नाल मिलाप दे राह दी रुकावट है, वो केड़ा कर्म है ये बामन नहीं दसदा। कौन हिरे अभिमान, हिरे तो भाव हुंदा है खो के लै जावे, दूर कर देवे अभिमान नूं, मन दे विचों हंकार कटिया जाए, ये गल कोई नहीं समझांदा। केड़ा कर्म है जिहदे नाल मन दा हंकार दूर हो सकदा है, ये गल नहीं दसी जाती। सिर्फ शास्त्रां दा रेफरेंस दे के ये बंदियां नूं उलझाया जाता है, फलाना कर्म करना है, यज्ञ करना है, दान करना है, तीर्थ स्नान करना है, फलाने फलाने काम नहीं करने, इस समय ते नहीं करने। पर मन का हंकार किवें दूर होवे ये गल बिल्कुल नहीं समझाई जाती। ते मन दे विच हमेशा भरम ही बनिया रहिंदा है कि किते मैं पंडित तो पुछे बिना कोई कर्म कर लिया तो कोई गलत काम ही ना हो जावे। तो गुरबाणी इस गल की भी सानू स्पष्टता देती है कि सिमरित शास्त्र पुन पाप विचार दे, तत्ते सार न जानी, तत्ते सार न जानी, गुरु बाजों तत्ते सार न जानी। कि जिन्ने भी धर्म ग्रंथां की गल बामन अपने जजमानां नूं सुणांदा है, सिमरतियां दी शास्त्रां दी, उन्हां दे विच भी पुण्य ते पाप दी ही विचार है कि किहड़े कर्म पुण्य हन, किहड़े कर्म पाप हन। तत् दी सार ਉਹਦਾਂ ਵਿੱਚ भी नहीं समझाई गई।
ਕਿ ਤਤ ਦੀ ਸਾਰ, ਤਤ ਤੋਂ ਭਾਵ ਕੀ ਹੈ? ਉਹ ਕਰਮ ਜਿਸ ਕਰਮ ਕਰਨ ਦੇ ਨਾਲ ਮਨ ਦੇ ਵਿੱਚੋਂ ਹਉਮੈ ਦੂਰ ਹੋਵੇ ਤੇ ਪ੍ਰਭੂ ਨਾਲ ਮਿਲਾਪ ਹੋ ਜਾਵੇ, ਜਿਹਦੇ ਸਦਕਾ ਇਹ ਜਨਮ ਮਰਨ ਦਾ ਗੇੜ ਕੱਟਿਆ ਜਾਵੇ। ਉਹ ਤਤ ਦੀ ਗੱਲ ਗੁਰੂ ਬਾਝੋਂ ਨਹੀਂ ਸਮਝ ਆ ਸਕਦੀ। ਕੇਵਲ ਤੇ ਕੇਵਲ ਗੁਰੂ ਹੀ ਇਸ ਗੱਲ ਦੀ ਸੋਝੀ ਦਿੰਦਾ ਹੈ ਕਿ ਮਨ ਦੇ ਵਿੱਚੋਂ ਹੰਕਾਰ ਨੂੰ ਕੱਟ ਕੇ ਹੋਰ ਵਿਕਾਰਾਂ ਦੇ ਉੱਤੇ ਕਾਬੂ ਪਾ ਕੇ ਕਿਵੇਂ ਪ੍ਰਭੂ ਦੇ ਨਾਲ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ। ਸਿਮਰਤੀਆਂ ਤੇ ਸ਼ਾਸਤਰਾਂ ਦੀ ਗੱਲ ਜਿਹੜੀ ਹੈ ਉਹ ਕੇਵਲ ਪਾਪ ਪੁੰਨ ਦੀ ਵਿਚਾਰ ਤੱਕ ਹੀ ਸੀਮਿਤ ਹੈ। ਚੌਥੇ ਪਦੇ 'ਚ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਤੁਹਾਡੇ ਕਹੇ ਮੁਤਾਬਕ ਤੁਸੀਂ ਕਹਿੰਦੇ ਹੋ ਕਿ ਕਰਮ ਜਿਹੜੇ ਕਰਨ ਵਾਲੇ ਹਨ ਉਹਨਾਂ ਦੇ ਵਿੱਚ ਤੀਰਥ ਇਸ਼ਨਾਨ ਦੀ ਬੜੀ ਮਹਾਨਤਾ ਹੈ। ਤੇ ਤੀਰਥਾਂ ਦੇ ਇਸ਼ਨਾਨ ਤੇ ਜਾ ਕੇ ਹੁੰਦਾ ਕੀ ਹੈ ਕਿ ਬਾਹਰ ਉਦਕ ਪਖਾਰੀ ਹੈ, ਘਟ ਪੀਤਰ ਵਿਵਿਧ ਵਿਕਾਰ, ਸ਼ੁੱਧ ਕਵਨ ਪਰ ਹੋਇਬੋ, ਸੁਚ ਕੁੰਚਰ ਵਿਦ ਵਿਵਹਾਰ। ਕਹਿੰਦੇ ਹਨ ਕਿ ਤੁਸੀਂ ਤੀਰਥ ਇਸ਼ਨਾਨ ਤੇ ਜ਼ੋਰ ਦਿੰਦੇ ਹੋ, ਪਰ ਉੱਥੇ ਜਾ ਕੇ ਤਾਂ ਸਿਰਫ ਸਰੀਰ ਦਾ ਬਾਹਰਲਾ ਹੀ ਇਸ਼ਨਾਨ ਹੁੰਦਾ ਹੈ। ਬਾਹਰ ਉਦਕ, ਉਦਕ ਕਹਿੰਦੇ ਹਨ ਪਾਣੀ ਨੂੰ, ਤੇ ਪਖਾਰੀਏ ਦਾ ਭਾਵ ਹੁੰਦਾ ਹੈ ਮਲ ਮਲ ਕੇ ਧੋਣਾ, ਇਸ਼ਨਾਨ ਕਰਨਾ। ਬਾਹਰ ਉਦਕ ਪਖਾਰੀ, ਬਾਹਰਲਾ ਸਰੀਰ ਦਾ ਬਾਹਰਲਾ ਪਾਸਾ ਪਾਣੀ ਦੇ ਨਾਲ ਧੋ ਲਿਆ ਜਾਂਦਾ ਹੈ। ਘਟ ਪੀਤਰ ਵਿਵਿਧ ਵਿਕਾਰ, ਘਟ ਕਹਿੰਦੇ ਹਨ ਹਿਰਦੇ ਨੂੰ, ਤੇ ਘਟ ਪੀਤਰ ਹਿਰਦੇ ਦੇ ਅੰਦਰ ਵਿਵਿਧ ਵਿਕਾਰ, ਵਿਵਿਧ ਮੈਨੇ ਕਈ ਵਿਧੀਆਂ ਦੇ, ਕਈ ਕਿਸਮਾਂ ਦੇ ਵਿਕਾਰ ਉਹ ਤਾਂ ਬਣੇ ਰਹਿੰਦੇ ਹਨ। ਤਾਂ ਤੀਰਥਾਂ ਦੇ ਪਾਣੀ ਦੇ ਨਾਲ ਸਰੀਰ ਨੂੰ ਧੋਣ ਦੇ ਨਾਲ ਹਿਰਦੇ ਦੇ ਵਿਕਾਰ ਕਿਵੇਂ ਧੋਤੇ ਜਾਂਦੇ ਹਨ? ਸ਼ੁੱਧ ਕਵਨ ਪਰ ਹੋਏ, ਕਿਵੇਂ ਪਵਿੱਤਰ ਹੋ ਸਕਦਾ ਹੈ? ਕੋਈ ਬੰਦਾ ਸਿਰਫ ਸਰੀਰ ਦਾ ਹੀ ਇਸ਼ਨਾਨ ਕਰ ਲਵੇ ਤੇ ਮਨ ਦੇ ਵਿਕਾਰ ਤਾਂ ਉਹਦੇ ਮੈਲ ਜਿਹੜੀ ਹੈ ਮਨ ਦੀ ਮੈਲ ਉਹ ਤਾਂ ਨਹੀਂ ਧੋਤੀ ਜਾ ਸਕਦੀ। ਇਹ ਤਾਂ ਉਵੇਂ ਹੀ ਹੋਇਆ ਕਿ ਜਿਵੇਂ ਹਾਥੀ ਇਸ਼ਨਾਨ ਕਰਦਾ ਹੈ ਉਹ ਜਿਹਾ ਇਸ਼ਨਾਨ ਅਸੀਂ ਵੀ ਬਾਹਰ ਕਰ ਲਿਆ ਪਾਣੀ ਦੇ ਨਾਲ। ਤੇ ਹਾਥੀ ਕੀ ਕਰਦਾ ਹੈ? ਨਹਾ ਕੇ ਤੇ ਫਿਰ ਉਹ ਮਿੱਟੀ ਦੇ ਵਿੱਚ ਪਲਟੀਆਂ ਮਾਰਦਾ ਹੈ, ਆਪਣੇ ਉੱਤੇ ਮਿੱਟੀ ਹੋਰ ਪਾ ਲੈਂਦਾ ਹੈ। ਤਾਂ ਜਿਹਾ ਨਾਤਾ ਜਿਹਾ ਨਾ ਨਾਤਾ, ਪਹਿਲਾਂ ਪਾਣੀ ਨਾਲ ਸਫਾਈ ਕੀਤੀ ਸਰੀਰ ਦੀ ਤੇ ਫਿਰ ਆਪਣੇ ਉੱਤੇ ਹੋਰ ਮਿੱਟੀ ਪਾ ਲਈ। ਤੇ ਇਹੀ ਕੰਮ ਤੀਰਥ ਇਸ਼ਨਾਨ ਦੇ ਨਾਲ ਵੀ ਹੁੰਦਾ ਹੈ ਕਿ ਲੋਕ ਜਾ ਕੇ ਸਰੀਰ ਦਾ ਇਸ਼ਨਾਨ ਤਾਂ ਕਰ ਲੈਂਦੇ ਹਨ ਤੇ ਪਰ ਮਨ ਦੇ ਵਿਕਾਰ ਕੱਟੇ ਨਹੀਂ ਜਾਂਦੇ, ਉਲਟਾ ਹੋਰ ਹੰਕਾਰ ਹੋਰ ਵਾਧੂ ਦਾ ਹੋ ਜਾਂਦਾ ਹੈ ਕਿ ਅਸੀਂ ਬੜੇ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਤੇ ਉਹ ਜਿਹੀ ਗੱਲ ਹੀ ਹੋ ਗਈ ਕਿ ਜਿਵੇਂ ਹਾਥੀ ਨੇ ਨਹਾਉਣ ਤੋਂ ਬਾਅਦ ਆਪਣੇ ਉੱਤੇ ਹੋਰ ਵਾਧੂ ਦੀ ਮੈਲ ਪਾ ਲਈ, ਤਿਵੇਂ ਹੀ ਜਿਹੜੇ ਤੀਰਥ ਯਾਤਰਾ ਕਰਦੇ ਹਨ ਉਹ ਸਰੀਰ ਦਾ ਇਸ਼ਨਾਨ ਕਰਕੇ ਮਨ ਦੀ ਪਵਿੱਤਰਤਾ ਤਾਂ ਹਾਸਲ ਨਹੀਂ ਕਰਦੇ, ਪਰ ਹੰਕਾਰ ਵਾਧੂ ਦਾ ਹੋਰ ਸਹੇੜ ਲੈਂਦੇ ਹਨ। ਇਸੇ ਗੱਲ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕੁੰਚਰ ਹਾਥੀ। ਸੋ ਭਾਈ ਤੀਰਥ ਇਸ਼ਨਾਨ ਕਰਕੇ, ਵਰਤ ਰੱਖ ਕੇ, ਦਾਨ ਪੁੰਨ ਕਰਕੇ ਹਰ ਇਨਸਾਨ ਕੀ ਕਰਦਾ ਹੈ? ਮਨ ਵਿੱਚ ਹੰਕਾਰ ਕਰਦਾ ਹੈ ਕਿ ਮੈਂ ਧਰਮੀ ਬਣ ਗਿਆ ਹਾਂ। ਪਰ ਇਹ ਸਾਰੇ ਕੀਤੇ ਹੋਏ ਕਰਮ ਵਿਅਰਥ ਚਲੇ ਜਾਂਦੇ ਹਨ, ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ। ਜਿਵੇਂ ਹਾਥੀ ਨਹਾ ਕੇ ਸਵਾ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ। ਤੋ ਇਹਨਾਂ 4 ਪਦਿਆਂ ਦੇ ਅੰਦਰ ਭਗਤ ਰਵਿਦਾਸ ਜੀ ਨੇ ਜੋ ਬ੍ਰਾਹਮਣ ਮਤ ਦੇ ਸਾਰੇ ਕਰਮ ਹਨ, ਪਾਪ ਪੁੰਨ ਦੀ ਵਿਚਾਰ, ਤੀਰਥ ਇਸ਼ਨਾਨ, ਉਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਇਹੀ ਗੱਲ ਸਵਾਲ ਬਾਰ-ਬਾਰ ਕੀਤਾ ਹੈ ਕਿ ਉਹ ਕਿਹੜਾ ਕਰਮ ਹੈ ਜਿਹਦੇ ਨਾਲ ਆਵਾਗਮਨ ਦੂਰ ਹੋ ਸਕਦਾ ਹੈ, ਜਿਹਦੇ ਨਾਲ ਭਵਜਲ ਤੋਂ ਪਾਰ ਹੋਇਆ ਜਾ ਸਕਦਾ। ਇਹ ਤਾਂ ਕਿਸੇ ਨੇ ਸਮਝਾਇਆ ਨਹੀਂ। ਹੁਣ 5ਵੇਂ ਪਦੇ ਦੇ ਵਿੱਚ ਉਹ ਆਪਣੇ ਵੱਲੋਂ ਜੋ ਅਸਲ ਜੀਵਨ ਮਕਸਦ ਦੀ ਪ੍ਰਾਪਤੀ ਦਾ ਢੰਗ ਹੈ ਉਹਦੀ ਗੱਲ ਆਰੰਭ ਕਰਦੇ ਹਨ। तो एक मिसाल देते हैं, कहते हैं कि रव प्रगास रजनी चथागत, जानत सब संसार, पारस मानो तांबो छुए, कनक होत नहीं बार। रव कहते हैं सूरज नूं, प्रकाश चानन, रजनी तो भाव रात, जथागत मैंने जिमें दूर हो जाती है। भाई ये गल जानत सब संसार, सारा संसार ये गल जानता है कि जिवें रव प्रकाश सूरज का प्रकाश हुंदा है, जदों सूरज चढ़ता है तो रात का हनेरा दूर हो जाता है इमीडिएटली। जो ही सूरज चढ़ता है रात का हनेरा खत्म हो जाता है। तो भगत जी कहते हैं कि यह गल तो सारा संसार जानता है कि सूरज के चढ़िया रात का हनेरा दूर हो जाता है।
ਫਿਰ ਦੂਜੀ ਮਿਸਾਲ ਦਿੰਦੇ ਹਨ ਕਿ ਪਾਰਸ ਮਾਨੋ ਤਾਂਬੋ ਛੁਏ, ਕਿ ਜਦੋਂ ਪਾਰਸ ਨੂੰ ਤਾਂਬੇ ਦੇ ਨਾਲ ਛੁਆਇਆ ਜਾਂਦਾ ਹੈ, ਕੀ ਹੁੰਦਾ ਹੈ, ਕਨਕ ਹੋਤ ਨਹੀਂ ਬਾਰ, ਤਾਂ ਉਹਦੇ ਸੋਨਾ ਬਣਦਿਆਂ ਦੇਰ ਨਹੀਂ ਲੱਗਦੀ। ਜਿਉਂ ਹੀ ਪਾਰਸ ਨੂੰ ਤਾਂਬੇ ਦੇ ਨਾਲ ਛੁਆਇਆ ਜਾਂਦਾ ਹੈ, ਉਹ ਸੋਨਾ ਬਣ ਜਾਂਦਾ ਹੈ। ਇਹ ਪੁਰਾਣੇ ਸਮਿਆਂ ਤੋਂ ਪ੍ਰਚਲਿਤ ਮਿੱਥ ਹੈ ਕਿ ਪਾਰਸ ਇੱਕ ਐਸੀ ਚੀਜ਼ ਹੈ ਜਿਹਨੂੰ ਬੇਸ ਮੈਟਲ ਦੇ ਨਾਲ ਛੁਆਇਆ ਜਾਵੇ ਤੇ ਉਹ ਸੋਨਾ ਬਣ ਜਾਂਦਾ ਹੈ। ਪਰ ਇਹ ਹੈ ਦੁਨੀਆ ਦੇ ਵਿੱਚ ਬਹੁਤ ਪ੍ਰਚਲਿਤ, तो ਇਸ ਨੂੰ ਸਾਰੇ ਲੋਕ ਸੱਚ ਕਰਕੇ ਮੰਨਦੇ ਵੀ ਹਨ। तो ਇਸੇ ਕਰਕੇ ਇਹਦੀ ਮਿਸਾਲ ਆਮ ਤੌਰ ਤੇ ਦਿੱਤੀ ਜਾਂਦੀ ਹੈ। ਜਦੋਂ ਵੀ ਕਿਸੇ ਭਲੇ ਪੁਰਸ਼ ਦੀ ਸੰਗਤ ਵਿੱਚ ਕੋਈ ਮਾੜਾ ਬੰਦਾ ਚੰਗੇ ਗੁਣ ਹਾਸਲ ਕਰ ਲੈਂਦਾ ਹੈ, ਤਾਂ ਵੀ ਇਹ ਮਿਸਾਲ ਵਰਤੀ ਜਾਂਦੀ ਹੈ ਕਿ ਵੀ ਇਹ ਤਾਂ ਪਾਰਸ ਵਾਲਾ ਕੰਮ ਹੋ ਗਿਆ, ਇੱਕ ਮਾੜੇ ਬੰਦੇ ਨੂੰ ਚੰਗਾ ਬੰਦਾ ਬਣਾ ਦਿੱਤਾ। तो ਭਗਤ ਜੀ ਨੇ ਵੀ ਉਸੇ ਕੰਟੈਕਸਟ 'ਚ ਹੀ ਇਹ ਗੱਲ ਪਹਿਲਾਂ ਮਿਸਾਲ ਦੇ ਤੌਰ ਦੇ ਉੱਤੇ ਸਮਝਾਈ ਹੈ ਕਿ ਜਿਵੇਂ ਤਾਂਬੇ ਨੂੰ ਪਾਰਸ ਦੇ ਨਾਲ ਛੁਆਇਆ ਜਾਏ ਤੇ ਉਹਨੂੰ ਸੋਨਾ ਬਣਦਿਆਂ ਫਿਰ ਦੇਰ ਨਹੀਂ ਲੱਗਦੀ, ਤੇ ਸੂਰਜ ਦੇ ਚੜ੍ਹਿਆਂ ਰਾਤ ਦਾ ਹਨੇਰਾ ਇਮੀਡੀਏਟਲੀ ਦੂਰ ਹੋ ਜਾਂਦਾ ਹੈ। तो ਇਹ ਗੱਲ ਸਮਝਾ ਕੇ ਫਿਰ ਅਗਲੇ ਪਦ ਵਿੱਚ ਕਹਿੰਦੇ ਹਨ ਕਿ ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ। ਜਿਹੜਾ ਸਭ ਤੋਂ ਉੱਤਮ ਪਾਰਸ, ਵਧੀਆ ਤੋਂ ਵਧੀਆ ਪਾਰਸ ਹੈ, ਉਹ ਹੈ ਸੱਚਾ ਗੁਰੂ, ਜਿਹਦੇ ਨਾਲ ਮਿਲਾਪ ਹੁੰਦਾ ਹੈ ਜਦੋਂ ਮੱਥੇ ਤੇ ਲਿਖੇ ਹੋਏ ਲੇਖ ਦੇ ਅਨੁਸਾਰ ਗੁਰੂ ਦੇ ਨਾਲ ਮਿਲਾਪ ਹਾਸਲ ਹੁੰਦਾ ਹੈ। ਗੁਰਬਾਣੀ ਵਿੱਚ ਇਹ ਗੱਲ ਅਨੇਕਾਂ ਵਾਰੀ ਸਮਝਾਈ ਗਈ ਹੈ ਕਿ ਸੱਚੇ ਗੁਰੂ ਦੇ ਨਾਲ ਮੁਲਾਕਾਤ, ਸੱਚੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਜਦੋਂ ਪਰਮਾਤਮਾ ਦੀ ਨਜ਼ਰ ਹੁੰਦੀ ਹੈ, ਜਿਸ ਨੂੰ ਪੂਰਬ ਲਿਖੇ ਪੂਰਬਲੇ ਸੰਸਕਾਰਾਂ ਦੇ ਫਲ ਵਜੋਂ ਵੀ ਸਮਝਾਇਆ ਗਿਆ ਹੈ ਕਿ ਜਿਹਦੇ ਪਹਿਲੇ ਕਰਮ ਚੰਗੇ ਹੁੰਦੇ ਹਨ, ਜਿਹਦੇ ਮਸਤਕ ਤੇ ਚੰਗੇ ਲੇਖ ਲਿਖੇ ਹੋਏ ਹੁੰਦੇ ਹਨ, ਉਹਦੇ ਮੁਤਾਬਕ ਹੀ ਪਰਮਾਤਮਾ ਦੀ ਬਖਸ਼ਿਸ਼ ਸਦਕਾ ਇਨਸਾਨ ਨੂੰ ਪੂਰੇ ਗੁਰੂ ਦੇ ਨਾਲ ਸੰਗਤ ਮਿਲਦੀ ਹੈ। ਤੇ ਉਹਦਾ ਸਦਕਾ ਫਿਰ ਹੁੰਦਾ ਕੀ ਹੈ, ਗੁਰੂ ਦੀ ਕਿਰਪਾ ਦੇ ਨਾਲ ਉਨਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਉਹ ਸਭ ਪਾਰਸਾਂ ਤੋਂ ਵਧੀਆ ਪਾਰਸ ਸੱਚਾ ਗੁਰੂ ਜਦੋਂ ਮਿਲ ਜਾਂਦਾ ਹੈ ਪ੍ਰਭੂ ਦੀ ਕਿਰਪਾ ਦੇ ਨਾਲ, ਤਾਂ ਫਿਰ ਗੁਰੂ ਦੀ ਕਿਰਪਾ ਦਾ ਸਦਕਾ ਉਨਮਨ ਮਨ ਹੀ ਮਿਲੇ। ਉਨਮਨ ਮਨ ਤੋਂ ਭਾਵ ਹੈ ਉਹ ਹਿਰਦਾ ਜਿਹਦੇ ਵਿੱਚ ਪ੍ਰਭੂ ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਜਿਹਦੇ ਵਿੱਚ ਇੱਛਾ ਪੈਦਾ ਹੋ ਜਾਂਦੀ ਹੈ ਕਿ ਹੁਣ ਮੈਂ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰਨਾ ਹੈ। ਤਾਂ ਗੁਰੂ ਦੀ ਸੰਗਤ ਦਾ ਸਦਕਾ ਸਿੱਖ ਦੀ ਫਿਰ ਐਸੀ ਅਵਸਥਾ ਬਣ ਜਾਂਦੀ ਹੈ, ਉਹਦੇ ਮਨ ਦੇ ਵਿੱਚ ਗੁਰੂ ਇਹ ਜਾਗ ਲਗਾ ਦਿੰਦਾ ਹੈ, ਇਹ ਇੱਛਾ ਪੈਦਾ ਕਰ ਦਿੰਦਾ ਹੈ ਕਿ ਮੈਂ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਮੈਂ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ, ਪ੍ਰਭੂ ਦੇ ਗੁਣ ਗਾਣੇ ਹਨ। ਤੇ ਉਹਦਾ ਰਿਜ਼ਲਟ ਕੀ ਹੁੰਦਾ ਹੈ, ਛੁਟਕਤ ਬਜਰ ਕਪਾਟ। ਤੇ ਉਹ ਪ੍ਰਭੂ ਜਿਹੜਾ ਹੈ ਮਨ ਦੇ ਵਿੱਚੋਂ ਹੀ ਮਿਲ ਜਾਂਦਾ ਹੈ, ਆਪਣੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ, ਤੇ ਮਨ ਦੇ ਜਿਹੜੇ ਕਰੜੇ ਕਪਾਟ ਹਨ ਉਹ ਖੁੱਲ ਜਾਂਦੇ ਹਨ। ਮਨ ਦੇ ਕਰੜੇ ਕਪਾਟ ਕਿਹੜੇ ਹਨ, ਉਹ ਹੈ ਹਉਮੈ। ਹਉਮੈ ਜਦੋਂ ਹਟ ਜਾਂਦੀ ਹੈ ਤਾਂ ਪ੍ਰਭੂ ਦੇ ਨਾਲ ਮਿਲਾਪ ਫਿਰ ਸਹਿਜੇ ਹੀ ਹੋ ਜਾਂਦਾ ਹੈ, ਉਹਦੀ ਸਿਫਤਾਂ ਦੇ ਨਾਲ ਸਾਂਝ ਪੈ ਜਾਂਦੀ ਹੈ। ਤਾਂ ਇਹ ਹੁੰਦਾ ਹੈ ਗੁਰੂ ਦੀ ਗਾਈਡੈਂਸ ਦੇ ਨਾਲ, ਗੁਰੂ ਦੀ ਸਿੱਖ ਸੰਗਤ ਦੇ ਵਿੱਚ, ਕਿ ਉਨਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਤਾਂ ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਪਹਿਲੇ ਪੰਜਵੇਂ ਪਦੇ ਦੇ ਅੰਦਰ ਪਾਰਸ ਦੀ ਮਿਸਾਲ ਦੇ ਕੇ ਤੇ ਹੁਣ ਉਸੇ ਪਾਰਸ ਦੀ ਗੱਲ ਨੂੰ ਸੱਚੇ ਗੁਰੂ ਦੇ ਨਾਲ ਉਹਦੀ ਤੁਲਨਾ ਕਰਦੇ ਹੋਏ ਕਹਿੰਦੇ ਹਨ ਕਿ ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ। ਤਾਂ ਗੁਰੂ ਜਦੋਂ ਮਿਲ ਪੈਂਦਾ ਹੈ ਤਾਂ ਉਹ ਇਨਸਾਨ ਦੇ ਮਨ ਦੇ ਅੰਦਰ ਇਹ ਇੱਛਾ ਪੈਦਾ ਕਰ ਦਿੰਦਾ ਹੈ ਕਿ ਹੁਣ ਮੈਂ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਤੇ ਉਹਦੀ ਹਉਮੈ ਦੇ ਜਿਹੜੇ ਕਪਾਟ ਹਨ ਉਹ ਛੁੱਟ ਜਾਂਦੇ ਹਨ ਤੇ ਪ੍ਰਭੂ ਉਹਦੇ ਮਨ ਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਸਤਵੇਂ ਪਦੇ ਵਿੱਚ ਫਿਰ ਹੁਣ ਗੱਲ ਕਰਦੇ ਹਨ ਕਿ ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਵਿਕਾਰ, ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਭਗਤ ਜੁਗਤ ਤੋਂ ਭਾਵ ਹੈ ਭਗਤ ਦੀ ਜੁਗਤੀ, ਭਾਵ ਭਗਤ ਦੇ ਭਗਤੀ ਦੇ ਵਿੱਚ ਜੁੜ ਕੇ। ਜੁਗਤ ਦਾ ਲਫ਼ਜ਼ ਹੁੰਦਾ ਹੈ ਜੁੜਨਾ, ਜੁੜਨ ਦੇ ਨਾਲ ਜਿਹੜੀ ਭਗਤੀ ਦੇ ਰਾਹੀਂ ਜੋ ਪ੍ਰਭੂ ਨਾਲ ਜੁੜਿਆ ਜਾਂਦਾ ਹੈ, ਉਹਦੇ ਵਿੱਚ ਜੁੜ ਕੇ ਪ੍ਰਭੂ ਦੇ ਸਿਫਤ ਸਲਾਹ ਦੇ ਵਿੱਚ ਜੁੜ ਕੇ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਇਸ ਭਗਤੀ ਦੀ ਬਰਕਤ ਦੇ ਨਾਲ
ਮਤ ਸਤ ਕਰੀ। ਇਨਸਾਨ ਆਪਣੀ ਬੁੱਧੀ ਨੂੰ ਅਡੋਲ ਕਰ ਲੈਂਦਾ ਹੈ। ਸਤ ਤੋਂ ਭਾਵ ਹੈ ਅਡੋਲਤਾ ਦੀ ਅਵਸਥਾ ਵਿੱਚ ਲੈ ਆਉਂਦਾ ਹੈ। ਭਗਤ ਜੁਗਤ ਮਤ ਸਤ ਕਰੀ। ਭਗਤੀ ਦੀ ਜੁਗਤੀ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਕੇ ਇਨਸਾਨ ਦੀ ਬੁੱਧੀ ਜਿਹੜੀ ਹੈ ਉਹ ਫਿਰ ਡੋਲਣ ਤੋਂ ਬਚ ਜਾਂਦੀ ਹੈ, ਅਡੋਲਤਾ ਦੀ ਅਵਸਥਾ ਵਿੱਚ ਆ ਜਾਂਦੀ ਹੈ ਤੇ ਭ੍ਰਮ ਬੰਧਨ ਕਾਟ ਵਿਕਾਰ ਤੇ ਮਾਇਆ ਦੇ ਜਿਹੜੇ ਬੰਧਨ ਹਨ ਤੇ ਵਿਕਾਰ ਜਿਹੜੇ ਹਨ ਉਹ ਕੱਟੇ ਜਾਂਦੇ ਹਨ ਤੇ ਮਾਇਆ ਦੀ ਭਟਕਣਾ ਖਤਮ ਹੋ ਜਾਂਦੀ ਹੈ। ਤਾਂ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਨ ਦਾ ਜੋ ਗੁਰੂ ਦੀ ਸਿੱਖਿਆ ਹੈ, ਪ੍ਰਭੂ ਦੀ ਸਿਫਤ ਸਲਾਹ ਨਾਲ ਜੁੜਨਾ, ਉਸ ਦੇ ਨਾਲ ਜੁੜਿਆ ਮਤ ਅਡੋਲ ਹੋ ਜਾਂਦੀ ਹੈ ਤੇ ਮਾਇਆ ਦੇ ਬੰਧਨ ਕੱਟੇ ਜਾਂਦੇ ਹਨ ਤੇ ਉਹ ਭਟਕਣਾ, ਮਾਇਆ ਦੀ ਭਟਕਣਾ ਹਟ ਜਾਂਦੀ ਹੈ, ਮਿਟ ਜਾਂਦੀ ਹੈ। ਫਿਰ ਐਸਾ ਇਨਸਾਨ ਕੀ ਕਰਦਾ ਹੈ, ਸੋਈ ਬਸ ਰਸ ਮਨ ਮਿਲੇ। ਉਹ ਮਨੁੱਖ ਫਿਰ ਪ੍ਰਭੂ ਦੀ ਯਾਦ ਵਿੱਚ ਟਿਕ ਕੇ, ਵਸ ਕੇ, ਰਸ ਆਨੰਦ ਦੇ ਨਾਲ ਭਰ ਕੇ ਉਹਦਾ ਮਨ ਪ੍ਰਭੂ ਦੇ ਨਾਲ ਜੁੜ ਪੈਂਦਾ ਹੈ। ਮਨ ਦੇ ਵਿੱਚੋਂ ਹੀ ਪ੍ਰਭੂ ਦੇ ਗੁਣ ਜਿਹੜੇ ਹਨ ਉਹ ਪ੍ਰਗਟ ਹੋ ਜਾਂਦੇ ਹਨ। ਆਪ ਮਨ ਦੇ ਅੰਦਰੋਂ ਹੀ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਤੇ ਗੁਣ ਨਿਰਗੁਣ ਏਕ ਵਿਚਾਰ। ਉਹ ਉਸ ਨਿਰਗੁਣ ਪ੍ਰਭੂ ਦੇ ਗੁਣਾਂ ਦੀ ਵਿਚਾਰ, ਨਿਰਗੁਣ ਤੋਂ ਭਾਵ ਹੈ ਜੋ ਮਾਇਆ ਦੇ ਗੁਣਾਂ ਤੋਂ ਉੱਚਾ ਹੈ। ਉਹ ਪਰਮਾਤਮਾ ਜੋ ਮਾਇਆ ਦੇ ਗੁਣਾਂ ਤੋਂ ਉੱਪਰ ਹੈ, ਜਿਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ, ਉਹਦੇ ਗੁਣਾਂ ਦੀ ਵਿਚਾਰ ਦੇ ਵਿੱਚ ਉਹਦਾ ਮਨ ਜੁੜ ਜਾਂਦਾ ਹੈ। ਨਿਰਗੁਣ ਤੋਂ ਭਾਵ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਪ੍ਰਭੂ ਹੈ। तो अंतरात्मे ही उस प्रभु की याद ਵਿੱਚ ਟਿਕ ਕੇ, ਆਨੰਦ ਵਿੱਚ ਭਰ ਕੇ, ਰਸ ਵਿੱਚ ਭਰ ਕੇ ਉਹ ਇਨਸਾਨ ਪ੍ਰਭੂ ਦੀ ਯਾਦ ਦੇ ਵਿੱਚ ਟਿਕ ਜਾਂਦਾ ਹੈ। ਤੇ ਹੁੰਦਾ ਕਿਵੇਂ ਆਏ, ਭਗਤ ਜੁਗਤ ਮਤ ਸਤ ਕਰੀ। ਗੁਰੂ ਦੀ ਦੱਸੀ ਹੋਈ ਜਾਂਚ ਮੁਤਾਬਕ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜਦਾ ਹੈ। ਉਹਦੀ ਮਤ ਅਡੋਲ ਹੋ ਜਾਂਦੀ ਹੈ, ਮਾਇਆ ਦੇ ਬੰਧਨਾਂ ਦੇ ਵਿੱਚ, ਮਾਇਆ ਦੇ ਵਿਕਾਰਾਂ ਦੇ ਵਿੱਚ ਡੋਲਣੋਂ ਹਟ ਜਾਂਦੀ ਹੈ ਤੇ ਆਨੰਦ ਵਿੱਚ ਭਰ ਕੇ ਆਪਣੇ ਮਨ ਦੇ ਅੰਦਰ ਹੀ ਉਹ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪੈ ਲੈਂਦਾ ਹੈ ਤੇ ਅੰਤਰਾਤਮਾ ਹੀ ਉਸ ਨੂੰ ਪ੍ਰਭੂ ਦੇ ਨਾਲ ਮਿਲਾਪ ਹਾਸਲ ਹੋ ਜਾਂਦਾ ਹੈ। ਅੰਤਲੇ ਪਦੇ ਵਿੱਚ ਹੁਣ ਭਗਤ ਜੀ ਕਹਿੰਦੇ ਹਨ ਕਿ ਅਨੇਕ ਯਤਨ ਨਿਗ੍ਰਹਿ ਕੀਏ, ਤਾਰੀ ਨਾ ਟਰੈ ਭ੍ਰਮਫਾਸ, ਪ੍ਰੇਮ ਭਗਤ ਨਹੀਂ ਉਪਜੈ, ਤਾਤੇ ਰਵਿਦਾਸ ਉਦਾਸ। ਨਿਗ੍ਰਹਿ ਦਾ ਅਰਥ ਹੁੰਦਾ ਹੈ ਰੋਕਣਾ। ਕਹਿੰਦੇ ਹਨ ਕਿ ਆਪਣੇ ਯਤਨ ਦੇ ਨਾਲ ਅਨੇਕਾਂ ਤਰੀਕੇ ਵਰਤ ਕੇ ਮਨ ਨੂੰ ਰੋਕਣ ਦਾ ਯਤਨ ਕੀਤਾ ਵੀ ਜਾਏ ਤਾਂ ਵੀ ਇਹ ਜਿਹੜੀ ਮਾਇਆ ਦੀ ਭਟਕਣਾ ਦੀ ਫਾਹੀ ਹੈ ਇਹ ਨਹੀਂ ਹਟਦੀ, ਇਹ ਟਲਦੀ ਨਹੀਂ ਹੈ। ਟਾਰੀ ਨਾ ਟਰੈ, ਟਲਦੀ ਨਹੀਂ ਹੈ। ਟਾਰੀ ਮਾਨੇ ਟਾਰਿਆਂ, ਹਟਾਇਆ, ਰੋਕਣ ਦੇ ਯਤਨ ਕੀਤਿਆਂ, ਨਾ ਟਰੈ ਨਹੀਂ ਟਲਦੀ। ਭ੍ਰਮ ਫਾਸ, ਭ੍ਰਮ ਭਟਕਣਾ ਦੀ, ਫਾਸ ਫਾਹੀ। ਇਹ ਮਾਇਆ ਦੀ ਭਟਕਣਾ ਦੀ ਫਾਹੀ ਨਹੀਂ ਟਲਦੀ, ਭਾਵੇਂ ਇਨਸਾਨ ਆਪਣੇ ਵੱਲੋਂ ਅਨੇਕਾਂ ਹੀ ਮਨ ਨੂੰ ਰੋਕਣ ਦੇ ਯਤਨ ਕਰੇ। तो इस करके गुरु की संगत तो बिना, गुरु की सिक्ख्या तो बिना इन्हां यत्नां दे नाल या कर्म कांडां दे नाल प्रेम भगत नहीं उपजै, ताते रविदास उदास। कि अपने यतन दे नाल ते कर्म कांडां दे नाल उलझ के मन दे यत्नां दे नाल माया की भटकना खत्म नहीं हुंदी ते प्रेम की भगती मन ਵਿੱਚ ਪੈਦਾ ਨਹੀਂ ਹੁੰਦੀ, ਪ੍ਰਭੂ ਦੀ ਪਿਆਰ ਭਰੀ ਯਾਦ ਪੈਦਾ ਨਹੀਂ ਹੁੰਦੀ। ਇਸੇ ਵਾਸਤੇ ਹੀ ਮੈਂ ਇਹਨਾਂ ਕਰਮ ਕਾਂਡਾਂ ਤੋਂ ਉਦਾਸ ਹਾਂ, ਉਪਰਾਮ ਹਾਂ। ਭਾਵ ਮੈਂ ਇਹਨਾਂ ਨੂੰ ਨਹੀਂ ਸਵੀਕਾਰ ਕਰਦਾ, ਨਹੀਂ ਮੰਨਦਾ। ਤੋਂ ਪਹਿਲੇ 4 ਪਦਿਆਂ ਵਿੱਚ ਜਿਹੜੇ ਸਨਾਤਨ ਮਤ ਦੇ ਔਰ ਬ੍ਰਾਹਮਣ ਦੇ ਦੱਸੇ ਹੋਏ ਕਰਮ ਕਾਂਡਾਂ ਦਾ ਜਿਹੜਾ ਜ਼ਿਕਰ ਕੀਤਾ ਸੀ, ਉਹਨਾਂ ਦਾ ਇੱਥੇ ਰੈਫਰੈਂਸ ਹੈ ਕਿ ਅਨੇਕ ਯਤਨ ਨਿਗ੍ਰਹਿ ਕੀਏ, ਤਾਰੀ ਨਾ ਟਰੈ ਭ੍ਰਮ ਫਾਸ। ਇਹਨਾਂ ਯਤਨਾਂ ਦੇ ਨਾਲ ਇਹ ਮਾਇਆ ਦੀ ਫਾਹੀ ਨਹੀਂ ਕੱਟੀ ਜਾਂਦੀ ਤੇ ਪ੍ਰੇਮਾ ਭਗਤੀ ਮਨ ਦੇ ਵਿੱਚ ਪੈਦਾ ਨਹੀਂ ਹੁੰਦੀ। ਤੇ ਮੈਂ ਇਸ ਕਰਕੇ ਇਹਨਾਂ ਯਤਨਾਂ ਨੂੰ, ਇਹਨਾਂ ਕਰਮ ਕਾਂਡਾਂ ਨੂੰ ਨਹੀਂ ਸਵੀਕਾਰ ਕਰਦਾ। ਇਹਨਾਂ ਵੱਲੋਂ ਮੈਂ ਉਦਾਸ ਹਾਂ, ਇਹਨਾਂ ਵੱਲੋਂ ਮੈਂ ਉਪਰਾਮ ਹਾਂ। तो इस सारे शब्द के अंदर जो राहो दे विच भगत जी ने मसला चुकिया सी, सवाल चुकिया सी कि पार कैसे पाए बोले, भवजल तो पार किवें हो, ते आवागमन का गेड़ जिहड़ा है, चक्कर है, वो किवें खत्म होवे।
ਉਹਦੇ ਵਾਸਤੇ ਪਹਿਲਾਂ ਬ੍ਰਾਹਮਣ ਦੇ ਦੱਸੇ ਹੋਏ ਕਰਮਾਂ ਦਾ ਜ਼ਿਕਰ ਕਰਕੇ ਇਹ ਗੱਲ ਸਮਝਾਈ ਕਿ ਇਹਨਾਂ ਦੇ ਨਾਲ ਆਵਾਗਮਨ ਦਾ ਚੱਕਰ ਨਹੀਂ ਕੱਟਿਆ ਜਾਂਦਾ, ਮਨ ਦੀ ਤਰੱਕੀ ਨਹੀਂ ਹੁੰਦੀ, ਮਾਇਆ ਦੀ ਫਾਈਆਂ ਨਹੀਂ ਕੱਟੀਆਂ ਜਾਂਦੀਆਂ। ਤੇ ਫਿਰ ਸੂਰਜ ਦੇ ਚਾਨਣ ਦੀ ਗੱਲ ਕਰਕੇ ਤੇ ਪਾਰਸ ਪੱਥਰ ਦਾ ਮਿਸਾਲ ਦੇ ਕੇ, ਜੋ ਕਿ ਸੱਚੇ ਗੁਰੂ ਦੇ ਨਾਲ ਪਾਰਸ ਪੱਥਰ ਦੀ ਤੁਲਨਾ ਕਰਕੇ ਇਹ ਗੱਲ ਸਮਝਾਈ ਕਿ ਗੁਰੂ ਦੀ ਸਿੱਖਿਆ ਦੇ ਨਾਲ ਹੀ ਮਨ ਦੇ ਅੰਦਰ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ, ਪ੍ਰੇਮਾ ਭਗਤੀ ਕੀਤੀ ਜਾ ਸਕਦੀ ਹੈ ਤੇ ਮਨ ਦੇ ਆਪਣੇ ਅੰਦਰੋਂ ਹੀ ਪ੍ਰਭੂ ਨਾਲ ਸਾਂਝ ਪਾ ਕੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ। ਸੋ ਜੋ ਰਾਓ ਦੇ ਬੰਦ ਦੇ ਵਿੱਚ ਜੋ ਮਸਲਾ ਸੀ ਕਿ ਪਾਰ ਕੈਸੇ ਪਾਏ ਬੋਰੇ, ਉਹਦਾ ਜਵਾਬ ਵੀ ਫਿਰ ਭਗਤ ਰਵਿਦਾਸ ਜੀ ਨੇ ਇਸ ਤਰੀਕੇ ਦੇ ਨਾਲ ਦੇ ਦਿੱਤਾ ਹੈ ਕਿ ਗੁਰੂ ਦੀ ਦੱਸੀ ਹੋਈ ਜਾਚ ਨੂੰ ਅਪਣਾ ਕੇ ਆਪਣੇ ਮਨ ਦੇ ਅੰਦਰ ਪ੍ਰਭੂ ਦੇ ਵਾਸਤੇ ਪਿਆਰ ਪੈਦਾ ਕਰਕੇ ਹੀ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ। ਇਹੀ ਇੱਕ ਤਰੀਕਾ ਹੈ ਜਿਹੜਾ ਇਸ ਭਵਜਲ ਤੋਂ ਪਾਰ ਹੋਣ ਦਾ ਢੰਗ ਹੈ। ਬਾਕੀ ਕਰਮ ਕਾਂਡ ਅਨੇਕਾਂ ਯਤਨ ਜਿਹੜੇ ਹਨ ਉਹ ਮਨ ਦੇ ਵਿੱਚ ਵਿਕਾਰਾਂ ਤੋਂ ਛੁਟਕਾਰਾ ਨਹੀਂ ਦਿਵਾ ਸਕਦੇ ਤੇ ਪ੍ਰਭੂ ਪ੍ਰੇਮਾ ਭਗਤੀ ਨਹੀਂ ਪੈਦਾ ਕਰ ਸਕਦੇ, ਜਿਸ ਕਰਕੇ ਰਵਿਦਾਸ ਜੀ ਕਹਿੰਦੇ ਹਨ ਕਿ ਮੈਂ ਇਹਨਾਂ ਯਤਨਾਂ ਨੂੰ ਨਕਾਰਦਾ ਹਾਂ, ਇਹਨਾਂ ਵੱਲੋਂ ਮੈਂ ਉਪਰਾਮ ਹਾਂ। ਤੋ ਇਹ ਇਸ ਸ਼ਬਦ ਦਾ ਮੁੱਖ ਭਾਵ ਹੈ। तो शब्द का जो सार है, तो सब तो पहली गल तो यह भगत जी कहते हैं कि यह गल गलत है कि हिरदे विच परमात्मा की प्रेमा भगती पैदा करने लई हरेक युग विच मनुख वास्ते कोई वख-वख कर्म धर्म प्रधान रहे हैं। कोई दान, जग, देव पूजा, अवतार भगती, तीरथ इशनान मनुख नूं माया की फाई तो बचा नहीं सकता ते ना ही प्रभु चरणों नाल जोड़ सकता है। गुरबाणी का यही आशा है कि चाहे कोई मिथ्या होया सतयुग है, चाहे त्रेता या द्वापर ते चाहे कलयुग है, दुनिया के विकारां तो बच के जीवन का सही रस्ता लभण लई परमात्मा की प्रेमा भगती ही इको एक ठीक यतन है। यही एक ढंग है जिहदे नाल माया तो बचिया जा सकता है ते प्रभु का प्यार हिरदे विच पैदा करके प्रभु के नाल मिलाप हासिल किया जा सकता है। तो आओ अंत विच एक बारी शब्द का पाठ फिर तो सरवण करिए ते समाप्ति करांगे जी। एक ओंकार सतगुर प्रसाद गोड़ी बैरागन सतयुग सत तेता जगी द्वापर पूजा चार तीनों जुग तीनों दिड़े कल केवल नाम आधार पार कैसे पाए बोले पार कैसे पाए बोले मोसो को न कह समझाए मोसो को न कह समझाए जाते आवागमन बिलाय बहुविध कर्म निरूपिए करता दिसै सब लोय कवन कर्म ते छूटिए जे साधे सब सिद्ध हो
कर्म अकर्म विचारिए, शंका सुन वेद पुराण, संसा सद हृदय बसै, कौन गिरै अभिमान। बाहर उदक पखारिए, कट पीतर बिबद विकार, शुद्ध कमन पर होए बो, सूच कुंचर विद व्यवहार। रव प्रगास रजनी जथागत, जानत सब संसार। पारस मानो तांबो छुए, कनक होत नहीं बार। परम परस गुर पेटिए, पूरब लिखत लीलार। उन मन 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 ही मिले, छुटकत बजर कपाट। भगत जुगत मत सत करी, प्रम बंधन काट विकार। सोई बस रस मन मिले, गुण निर्गुण एक विचार। अनिक जतन निग्रह किए, टारी न टरै प्रम फास। प्रेम भगत नहीं उपजै, ताते रविदास उदास। प्रेम भगत नहीं उपजै, ताते रविदास उदास। आपका बहुत बहुत धन्यवाद। अंत फतेह दी सांझ करो जी। वाहिगुरू जी का खालसा, वाहिगुरू जी की फतेह।